ਹਿੰਦੂ ਬੱਚਿਆਂ ਤੋਂ ਮੁਸਲਮਾਨ ਬੱਚੇ ਨੂੰ ਪਿਟਵਾਣਾ, ਛੋਟੇ ਬੱਚੇ ਨੂੰ ਪਿਟਵਾਣਾ ਸਕੂਲ ਦੇ ਵਿੱਚ, ਕਲਾਸ ਦੇ ਵਿੱਚ ਪਿਟਵਾਣਾ, ਸਭ ਕੁਝ ਤਾਂ ਗਲਤ ਸੀ। ਸੋ ਜਿਸ ਨੇ ਉਸ ਨੂੰ ਫਲੈਗ ਕੀਤਾ ਉਸ ਦੇ ਖਿਲਾਫ ਹੁਣ ਕੇਸ ਰਜਿਸਟਰ ਹੋ ਗਏ ਵੈਨ ਯੂ ਆਰ ਐਕਚੁਅਲੀ ਸ਼ੂਟਿੰਗ ਦ ਮੈਸੇਂਜਰ। ਦਿਸ ਇਜ਼ ਮੋਸਟ ਅਨਫੋਰਚੂਨੇਟ। ਤੇ ਸਿਰਫ ਇਸ ਵਾਸਤੇ ਕਿ ਟੀਚਰ ਇੱਕ ਹਿੰਦੂ ਹੈ ਤੇ ਇੱਕ ਮੁਸਲਮਾਨ ਬੱਚੇ ਦੇ ਖਿਲਾਫ ਹੋ ਰਿਹਾ ਹੈ, ਮੋਸਟ ਅਨਫੋਰਚੂਨੇਟ ਹੈ ਕਿ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ। ਟੀਚਰ ਨੇ ਧਾਰਮਿਕ ਭਾਵਨਾਵਾਂ ਦੀ ਵਰਤੋਂ ਵੀ ਕੀਤੀ ਹੈ, ਉਸਨੇ ਕਮਿਊਨਲ ਜਿਹੜਾ ਇੱਕ ਤਰੀਕੇ ਨਾਲ ਭੜਕਾਏ ਬੱਚਿਆਂ ਨੂੰ, ਬੱਚਿਆਂ ਦੇ ਮਾਈਂਡ ਦੇ ਵਿੱਚ ਜ਼ਹਿਰ ਤਾਂ ਪਾਇਆ ਹੀ ਹੈ। ਇਸ ਟੀਚਰ ਨੂੰ ਵੀ ਪਤਾ ਕਿ ਤੂੰ ਲੱਗੀ ਰਹਿ, ਤੂੰ चिंता नहीं करनी। इन्हें बहुत लोग हल्लाशेरी देने वाले हैं, तो बड़ी घातक हल्लाशेरी है। तो इंटरव्यू भी हमने देखा एनडीटीवी पर, उसमें वो तो बोल रही है कि भाई हमने गलत क्या किया, और एक बहुत छोटी सी बात थी उसको जो है बात का बतंगड़ बना दिया गया, ऐसा उन्होंने कहा टीचर ने। आई थिंक बिहार की घटना सी, बिहार या झारखंड के एक पुलिस वाले ने सिद्धू मूसेवाला ਤਾਂ ਪੋਸਟਰ ਲਾ ਕੇ ਇੱਕ ਮੁੰਡਾ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਸੀ ਤੇ ਉਸ ਨੂੰ ਕਹਿਤਾ ਤੂੰ ਅੱਤਵਾਦੀ ਦੀ ਫੋਟੋ ਲਾਈ ਹੋਈ ਹੈ। ਹੁਣ ਜਿਵੇਂ ਵੀਡੀਓ ਵਾਇਰਲ ਹੋਇਆ ਤੇ ਉਸ ਪੁਲਿਸ ਵਾਲੇ ਨੂੰ ਰਿਅਲਾਈਜ਼ ਹੋਇਆ ਕਿ ਮੈਂ ਗਲਤ ਕਰਤਾ, ਉਸਨੇ ਮਾਫੀ ਮੰਗ ਲਈ। ਦੈਟ ਵਾਸ ਦ ਇਨਸਟੈਂਟ ਰਿਐਕਸ਼ਨ, ਗੱਲ ਖਤਮ ਹੋ ਗਈ। ਮੁਝੇ ਸਾਡੀ ਸਿੱਖ ਲੀਡਰਸ਼ਿਪ ਹੈ, ਚਾਹੇ ਅਕਾਲ ਤਖਤ ਸਾਹਿਬ ਨੇ, ਐਸਜੀਪੀਸੀ ਹੈ, ਜੋ ਆਪਣੇ ਧਰਮ ਦੀ, ਆਪਣੇ ਮਜ਼ਹਬ ਦੀ ਗੱਲ ਕਰਦੇ ਨੇ ਤਾਂ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਨਾ। ਉਹ ਕੋਈ ਦੇਸ਼ ਦੇ ਖਿਲਾਫ ਬਗਾਵਤ ਥੋੜਾ ਨਾ ਕਰਨ ਉੱਠ ਜਾਂਦੇ ਨੇ। ਜੇ ਕਿਸੇ ਨਾਲ ਵਧੀਕੀ ਹੋਈ ਤਾਂ ਹੀ ਗੱਲ ਕਰੋ। ਮੈਂ ਤਾਂ ਉਸ ਲਿਮਿਟਿਡ ਕੰਟੈਕਸਟ ਦੀ ਗੱਲ ਕਰ ਰਿਹਾ। ਕਿਸੇ ਲੀਡਰ ਨੇ ਅਪੀਲ ਕੀਤੀ ਹੈ, ਤੁਸੀਂ ਮੈਨੂੰ ਨੈਸ਼ਨਲ ਲੀਡਰ ਦੱਸ ਦਿਓ, ਇਨਕਲੂਡਿੰਗ ਦੇਸ਼ ਦੇ ਸਾਡੇ ਜਿਹੜੇ ਟੌਪ ਮੋਸਟ ਮੰਤਰੀ ਲੀਡਰ ਹੈਗੇ ਨੇ, ਉਹਨਾਂ ਨੇ ਕਦੇ ਕੀਤਾ ਹੋਵੇ ਯਾਰ ਮੁਸਲਮ, ਹਿੰਦੂ ਤੇ ਸਿੱਖ ਸਾਰੇ ਭਰਾ ਬਣ ਕੇ ਰਹੋ? ਕਦੀ ਸੁਣਿਆ ਕਿਸੇ ਲੀਡਰ ਦੇ ਮੂੰਹ ਤੋਂ? ਮੈਨੂੰ ਦੱਸ ਦਿਓ ਜੇ ਮੈਂ ਗਲਤ ਹੋਵਾਂ। ਤੁਹਾਡੀ ਪਰਫਾਰਮੈਂਸ ਕਿਉਂ ਲੋਕਾਂ ਤੋਂ ਤੁਹਾਨੂੰ ਵੋਟ ਨਹੀਂ ਲੈ ਕੇ ਦੇ ਸਕਦੀ? ਕਿਉਂ ਤੁਹਾਨੂੰ ਚੋਣਾਂ ਤੋਂ ਪਹਿਲਾਂ ਇੱਕ ਮੰਦਿਰ ਹੀ ਬਣਾਉਣਾ ਪੈਣਾ ਹੈ? ਯਾਰ ਕਿਉਂ ਚੋਣਾਂ ਤੋਂ ਪਹਿਲਾਂ ਇੱਕ ਦੇਸ਼ ਦੇ ਹੱਕ ਦੇ ਵਿੱਚ ਇੱਕ ਸੈਂਟੀਮੈਂਟ ਹੋਣ ਲਈ, ਇੱਕ ਲੜਾਈ ਦਾ ਮਾਹੌਲ ਬਾਰਡਰਾਂ ਦੇ ਉੱਤੇ ਹੋਵੇ, ਤਨਾਤਨੀ ਹੋਵੇ, ਟੈਂਸ਼ਨ ਹੋਵੇ, ਪ੍ਰੈਸ਼ਰ ਹੋਵੇ, ਫਿਰ ਤੁਹਾਡਾ ਚੋਣ ਹੋਵੇ ਤਾਂ ਹੀ ਤੁਸੀਂ ਜਿੱਤੇ ਹੋ। पिछले हफ्ते इंडिया से हमने एक वायरल वीडियो देखा, बहुत ही दिल दहलाने वाला वो मंजर था, जिसमें उत्तर प्रदेश के मुजफ्फरनगर के एक स्कूल के 7 साल के बच्चे को, जो कि मुसलमान हैं, उसी क्लास टीचर ने, उन्हीं के क्लास की टीचर ने बाकी बच्चों से उनको थप्पड़ लगवाया, पिटवाया टेक्निकली, और सांप्रदायिक टिप्पणी भी की। उसके बाद जो एक सोशल मीडिया पे विमर्श बना, बहुत सी मांगे की गई उस टीचर के ख़िलाफ़ एक्शन के लिए। उसके बाद एक केस दर्ज हुआ, लेकिन बहुत ही, कहा जा रहा है, बहुत आसान धाराओं में ये केस दर्ज हुआ है, जिसमें पुलिस एक्शन बड़ा मुश्किल हो जाता है। लेकिन इस वीडियो को साझा करने के लिए ऑल्ट न्यूज़ के एडिटर मोहम्मद ज़ुबैर के ख़िलाफ़ जुवेनाइल जस्टिस एक्ट के तहत एक FIR दर्ज हो गया है। क्या हमारे बच्चों को स्कूलों में भी अब नफरती लेसन्स दिए जा रहे हैं? इस बारे में डिटेल में बात करने के लिए एक बार फिर से मेरे साथ जुड़े हैं मेरे सहयोगी रितेश लकी साहब। रितेश जी, आपका बहुत बहुत स्वागत है। धन्यवाद बनी जी। पिछले हफ्ते हम बात कर रहे थे क्या टीवी के ज़रिए हमारे बच्चों को दंगाई बनाया जा रहा है। इस हफ्ते हमने देख लिया एक लाइव एग्जाम्पल। क्या लगता है क्या हो रहा है? बहुत ही माड़ा ये घटना हुई है तो पूरे देश के विच बड़ा प्रतिक्रम है। जिस तरीके नाल एक टीचर ਵੱਲੋਂ ਕਮਿਊਨਲ ਲਾਈਨਸ ਦੇ ਉੱਤੇ ਬੱਚਿਆਂ ਨੂੰ ਇਸ ਤਰੀਕੇ ਦੀ ਇੱਕ ਦੂਸਰੇ ਨੂੰ ਥੱਪੜ ਮਰਵਾਏ ਜਾ ਰਹੇ ਨੇ, ਵਿਚ ਇਜ਼ ਵੈਰੀ ਅਨਫੋਰਚੂਨੇਟ। ਇੰਡੀਆ ਵਰਗਾ ਅੱਜ ਕਿੱਥੇ ਆਪਾਂ ਹੁਣ ਚੰਦਰਮਾ ਤੇ ਪਹੁੰਚ ਚੁੱਕੇ ਹਾਂ, ਯੂ نو ਵੀ ਹੈਵ ਐਕਚੁਅਲੀ ਲੈਂਡਡ ਔਨ ਦ ਮੂਨ। ਤੇ ਉਸ ਹਾਲਾਤ ਤੋਂ ਬਾਅਦ ਉਨੀ ਤਰੱਕੀ, ਉਨੀ ਡਿਵੈਲਪਮੈਂਟ ਦਾ ਇੱਕ ਪਾਸੇ ਮਾਡਲ ਹੋਵੇ, ਤੁਸੀਂ ਵਿਸ਼ਵ ਗੁਰੂ ਆਪਾਂ ਭਾਰਤ ਨੂੰ ਬਣਾਉਣਾ ਚਾਹ ਰਹੇ ਹਾਂ, ਲੇਕਿਨ ਦੂਸਰੇ ਪਾਸੇ ਇਹ ਕੁਝ ਹੋ ਰਿਹਾ ਹੈ। ਤੇ ਸਭ ਤੋਂ ਜ਼ਿਆਦਾ ਇਹਦਾ ਤਰਸਯੋਗ ਕਹਿ ਲਈਏ ਜਾਂ ਅਨਫੋਰਚੂਨੇਟ ਪੱਖ ਜਿਹੜਾ ਇਸ ਪੂਰੀ ਸਥਿਤੀ ਦਾ ਉਹ ਇਹ ਹੈ ਕਿ ਕਾਰਵਾਈ ਨਹੀਂ ਹੋ ਰਹੀ। ਜਿਵੇਂ ਤੁਸੀਂ ਜ਼ਿਕਰ ਕੀਤਾ ਇੰਟਰੋਡਕਸ਼ਨ ਦੇ ਵਿੱਚ ਕਿ ਉਹ ਲੋਕ ਜੋ ਕਿ ਵਿਸਲ ਬਲੋਅਰ ਨੇ ਜਾਂ ਜੋ ਲੋਕ ਐਕਸ਼ਨ ਦੀ ਡਿਮਾਂਡ ਕਰ ਰਹੇ ਨੇ, ਹੁਣ ਇਹੋ ਜਿਹੇ ਵੀਡੀਓ ਪਬਲਿਕ ਡੋਮੇਨ ਦੇ ਵਿੱਚ ਆਂਦਾ ਹੈ, ਬੱਚੇ ਨੂੰ ਥੱਪੜ ਇੱਕ ਦੂਸਰੇ ਤੋਂ ਮਰਵਾਏ ਜਾ ਰਹੇ ਨੇ, ਜਿਹਨੇ ਉਹਨੂੰ ਸ਼ੇਅਰ ਕੀਤਾ ਜਾਂ ਜਿਹਨੇ ਫਲੈਗ ਕੀਤਾ ਵਿਦ ਦ ਇੰਟੈਂਸ਼ਨ ਕਿ ਇਹ ਕ੍ਰਾਈਮ ਹੈ, ਇੱਕ ਗੁਨਾਹ ਹੈ, ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਸਭ ਕੁਝ ਹੀ ਗਲਤ ਸੀ ਉਹਦੇ ਵਿੱਚ, ਠੀਕ ਹੈ ਨਾ, ਧਾਰਮਿਕ ਰੰਗਤ ਦੇਣਾ, ਹਿੰਦੂ ਬੱਚਿਆਂ ਤੋਂ ਮੁਸਲਮਾਨ ਬੱਚੇ ਨੂੰ ਪਿਟਵਾਣਾ, ਛੋਟੇ ਬੱਚੇ ਨੂੰ ਪਿਟਵਾਣਾ ਸਕੂਲ ਦੇ ਵਿੱਚ, ਕਲਾਸ ਦੇ ਵਿੱਚ ਪਿਟਵਾਣਾ, ਸਭ ਕੁਝ ਤਾਂ ਗਲਤ ਸੀ। ਸੋ ਜਿਸ ਨੇ ਉਸ ਨੂੰ ਫਲੈਗ ਕੀਤਾ ਉਸ ਦੇ ਖਿਲਾਫ ਹੁਣ ਕੇਸ ਰਜਿਸਟਰ ਹੋ ਗਏ ਤੇ ਇਹ ਹੋਰ ਵੀ ਬਹੁਤ ਲੋਕਾਂ ਦੇ ਜਿਹੜੇ ਸੋਸ਼ਲ ਮੀਡੀਆਸ ਨੂੰ ਰੋਕਿਆ ਗਿਆ ਹੈ, ਸਸਪੈਂਡ ਕੀਤੇ ਗਏ ਨੇ ਜਾਂ ਵਿਦਹੋਲਡ ਕੀਤੇ ਗਏ ਨੇ ਅਕਾਊਂਟਸ ਫॉर द ਪ੍ਰਾਇਮਰੀ ਰੀਜ਼ਨ ਕਿ ਤੁਸੀਂ ਉਹ ਵੀਡੀਓ ਨਾ ਸਰਕੂਲੇਟ ਕਰੋ, ਤੁਸੀਂ ਅਪਰਾਧ ਦੇ ਭਾਗੀਦਾਰ ਨਾ ਬਣੋ। ਮਨੋ ਐਂਡ ਨੈਸ਼ਨਲ ਜਿਹੜਾ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਹੈ ਰਾਈਟਸ ਦਾ, NCPCR, ਉਹ ਕਹਿ ਰਿਹਾ ਆਪਣੇ ਬਿਆਨ ਦੇ ਵਿੱਚ ਕਿ ਤੁਸੀਂ ਇਸ ਅਪਰਾਧ ਦੇ ਭਾਗੀਦਾਰ ਨਾ ਬਣੋ, ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਨਾ ਕਰੋ। ਬੱਚੇ ਦੀ ਜਿਹੜੀ ਪਛਾਣ ਹੈ ਉਹ ਠੀਕ ਹੈ, ਚਲੋ ਬੱਚੇ ਦੀ ਪਛਾਣ ਨਾ ਤੁਸੀਂ ਉਹ ਕਰੋ, ਕ੍ਰਾਈਮ ਨੂੰ ਨਾ ਤੁਸੀਂ ਸਰਕੂਲੇਟ ਕਰੋ, ਲੇਕਿਨ ਜੇ ਕ੍ਰਾਈਮ ਹੋ ਰਿਹਾ ਪਹਿਲਾਂ ਉਸਨੂੰ ਐਕਨੋਲੇਜ ਤਾਂ ਕੀਤਾ ਜਾਏ ਕਿ ਕ੍ਰਾਈਮ ਹੋਇਆ ਹੈ।
ਜੀ ਦਿੱਕਤ ਇਹ ਕਿ ਇੱਥੇ ਉਹ ਜਿਹੜੇ ਟੀਚਰ ਨੇ ਜੋ ਕੁਝ ਕੀਤਾ ਉਸ ਨੂੰ ਐਕਨੋਲੇਜ ਨਹੀਂ ਕੀਤਾ ਗਿਆ ਉਸੇ ਸ਼ਿੱਦਤ ਉਸੇ ਗੰਭੀਰਤਾ ਦੇ ਨਾਲ, ਜਿੰਨਾ ਕਿ ਤੁਸੀਂ ਜਿਹੜੇ ਕਹਿੰਦੇ ਸ਼ੂਟ ਦ ਮੈਸੇਂਜਰ, ਸ਼ੂਟਿੰਗ ਦ ਮੈਸੇਂਜਰ, ਕਲਾਸਿਕ ਕੇਸ ਵੈਨ ਯੂ ਆਰ ਐਕਚੁਅਲੀ ਸ਼ੂਟਿੰਗ ਦ ਮੈਸੇਂਜਰ, ਦਿਸ ਇਜ਼ ਮੋਸਟ ਅਨਫੋਰਚੂਨੇਟ। ਤੇ ਸਿਰਫ ਇਸ ਵਾਸਤੇ ਕਿ ਟੀਚਰ ਇੱਕ ਹਿੰਦੂ ਹੈ ਤੇ ਇੱਕ ਮੁਸਲਮਾਨ ਬੱਚੇ ਦੇ ਖਿਲਾਫ ਹੋ ਰਿਹਾ ਹੈ, ਮੋਸਟ ਅਨਫੋਰਚੂਨੇਟ ਹੈ ਕਿ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ, ਕਿਵੇਂ ਹੋ ਰਿਹਾ ਹੈ, ਤੇ ਜਿਹੜੇ ਅਦਾਰੇ ਨੇ, ਇੰਸਟੀਟਿਊਸ਼ਨਸ ਨੇ, ਇਹ ਇੰਸਟੀਟਿਊਸ਼ਨਲ ਫੇਲਿਅਰ ਹੈ। ਬਿਲਕੁਲ, ਮਤਲਬ ਸਭ ਤੋਂ ਵੱਡੀ ਗੱਲ ਹੈ ਕਿ ਵਿਅਕਤੀਗਤ ਲੈਵਲ ਤੇ ਕੋਈ ਕੁਝ ਕਹੇ, ਸੋਚੇ, ਸਰਕਾਰਾਂ, ਮਿਨਿਸਟਰਸ, ਮੰਤਰੀ, ਸੰਤਰੀ, ਲੀਡਰ ਜੋ ਮਰਜ਼ੀ ਕਹਿੰਦੇ ਰਹਿਣ, ਲੇਕਿਨ ਜਿਹੜੇ ਇੰਸਟੀਟਿਊਸ਼ਨਸ ਨੇ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਸੰਸਥਾਨ ਨਹੀਂ ਚੁੱਪ ਬਹਿ ਸਕਦੇ। ਸੋ ਚਾਹੇ ਦੇਸ਼ ਦੀਆਂ ਅਦਾਲਤਾਂ ਹੈਗੀਆਂ ਨੇ, ਦੇਸ਼ ਦੇ ਇਸ ਤਰੀਕੇ ਦੇ ਟ੍ਰਿਬਿਊਨਲਸ ਨੇ, ਕਮਿਸ਼ਨਸ ਨੇ, ਉਹਨਾਂ ਨੂੰ ਘੱਟੋ ਘੱਟ ਇਸ ਵਕਤ ਫੇਅਰ ਪਲੇ ਕਰਨਾ ਚਾਹੀਦਾ ਹੈ। ਤੁਸੀਂ ਪਹਿਲਾਂ ਟੀਚਰ ਦੇ ਖਿਲਾਫ ਕੀ ਕਾਰਵਾਈ ਕੀਤੀ? ਜੇ ਤੁਹਾਨੂੰ ਲੱਗ ਰਿਹਾ ਵੀ ਇਹ ਅਪਰਾਧ ਹੈ, ਬੱਚੇ ਦੇ ਨਾਲ ਅਪਰਾਧ ਹੋਇਆ, ਤੇ ਇਸ ਅਪਰਾਧ ਨੂੰ ਸਰਕੂਲੇਟ ਨਾ ਕਰੋ, ਕਿਉਂਕਿ ਤੁਸੀਂ ਇਸ ਗੱਲ ਨੂੰ ਲੋਕਾਂ ਦੇ ਵਿੱਚ ਲੈ ਕੇ ਨਹੀਂ ਜਾਣਾ ਚਾਹ ਰਹੇ। ਯੂ ਵਾਂਟ ਟੂ ਕਵਰ ਇਟ ਅਪ, बेसिकली उसने एक लिड ਦੇ ਨਾਲ ਕਵਰ ਕਰਨ ਦੀ ਕੋशिश है। तो वही बदनामी वाली बात, बदनामी को ढकना है जो है, लेकिन जो मेन चीज़ जो है उस पर हमें कोई बात नहीं करनी है जिस वजह से हुआ। बिल्कुल, तो यही है। तो यहाँ पे क्योंकि आपने चंद्रमा पे जाने का जिक्र किया कि हम डार्क साइड ऑफ द मून पर तो पहुँच गए हैं, लेकिन क्या डार्क साइड ऑफ ह्यूमैनिटी पर भी हम पहुँच गए हैं कि अब कानून सिर्फ और सिर्फ एक इंसान का नाम और मज़हब पूछ के ही उसके खिलाफ एक्शन लेगा? बाकी जो है, जो फैक्ट्स ऑफ द मैटर है उसको अब दरकिनार कर दिया जाएगा कि सिर्फ अपराधी जो है उसका नाम पता पूछ के ही अब, या मज़हब पूछ के ही जो है उसके खिलाफ कार्रवाई होगी। क्या ऐसा आपको लग रहा है कि ऐसा एक मेंटालिटी अब बन रहा है हिंदुस्तान में? ऐसे बहुत सारे केसेस हमने देख लिए हैं। बिल्कुल, मेंटालिटी ये जरूर बनता पिया कि तुसी मजहब ਉਹ ਕਹਿੰਦਾ ਮਜ਼ਹਬੀ ਤਾਸੁਬ ਦਾ ਜਿਹੜਾ ਚਸ਼ਮਾ ਆਪਣਾ ਐਨਕਾਂ ਲਾਈਆਂ ਹੋਈਆਂ ਨੇ, ਰੰਗਤ ਚੜੀ ਉਸ ਉੱਤੇ। ਕਦੇ ਤੁਸੀਂ ਕਿਸੇ ਵੀ ਘਟਨਾ ਨੂੰ, ਹੁਣ ਇੱਕ ਘਟਨਾ ਹੈ ਇਹਦੇ ਵਿੱਚ ਕਿਸੇ ਵੀ ਬੱਚਾ ਕਿਸੇ ਵੀ ਧਰਮ ਦਾ ਹੋਵੇ, ਉਸਨੂੰ ਕਿਸੇ ਹੋਰ ਫਿਰਕੇ ਦੇ ਬੱਚਿਆਂ ਤੋਂ ਜੇ ਤੁਸੀਂ ਇਸ ਤਰੀਕੇ ਦੇ ਨਾਲ ਪਿਟਵਾਉਂਦੇ ਹੋ, ਮੈਂ ਕਹਿੰਦਾ ਵੀ ਆਪਾਂ ਨੂੰ ਰਿਲੀਜਨ ਨੂੰ ਸਾਈਡ ਤੇ ਕੱਢ ਦਈਏ, ਆਪਣੇ ਆਪ ਵਿੱਚ ਗਲਤ ਲੱਗਦਾ ਹੈ ਨਾ। ਟੀਚਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ। ਟੀਚਰ ਦੇ ਖਿਲਾਫ ਐਕਸ਼ਨ ਤਾਂ ਹੋਇਆ, ਲੇਕਿਨ ਉਸ ਤਰੀਕੇ ਦਾ ਐਕਸ਼ਨ ਨਹੀਂ ਹੋਇਆ ਜੋ ਕਿ ਐਕਸਪੈਕਟਡ ਸੀ, ਹੋਣਾ ਚਾਹੀਦਾ ਸੀਗਾ। ਕਿਉਂਕਿ ਟੀਚਰ ਨੇ ਧਾਰਮਿਕ ਭਾਵਨਾਵਾਂ ਦੀ ਵਰਤੋਂ ਵੀ ਕੀਤੀ ਹੈ, ਉਸਨੇ ਕਮਿਊਨਲ ਜਿਹੜਾ ਇੱਕ ਤਰੀਕੇ ਨਾਲ ਭੜਕਾਏ ਬੱਚਿਆਂ ਨੂੰ, ਬੱਚਿਆਂ ਦੇ ਮਾਈਂਡ ਦੇ ਵਿੱਚ ਜ਼ਹਿਰ ਤਾਂ ਪਾਇਆ ਹੀ ਹੈ, ਤੇ ਆਪਣੇ ਆਪ ਦੇ ਵਿੱਚ ਵੀ ਬੱਚਿਆਂ ਨੂੰ ਮਾਰਨਾ ਕੁੱਟਣਾ ਇਹ ਕਾਨੂੰਨ ਤੇ ਤਾਂ ਖਿਲਾਫ ਹੀ ਹੈ। ਉਹ ਸਮਾਂ ਤਾਂ ਰਿਹਾ ਨਹੀਂ ਜਿਵੇਂ ਮਤਲਬ ਛੈਂਟੀਆਂ ਲੈ ਕੇ ਬੱਚਿਆਂ ਨੂੰ ਕੁੱਟਦਾ ਜਾਂਦਾ ਸੀ। ਸਾਡੇ ਸਮੇਂ ਦੇ ਵਿੱਚ ਅਸੀਂ ਬਹੁਤ ਕੁਝ ਦੇਖਿਆ, ਸਕੂਲਾਂ ਦੇ ਵਿੱਚ ਹੁੰਦਾ ਸੀ, ਨਾ ਬੱਚੇ ਬੁਰਾ ਮਨਾਉਂਦੇ ਸੀ, ਨਾ ਟੀਚਰ ਇਸ ਚੀਜ਼ ਨੂੰ ਉਸ ਤਰੀਕੇ ਦੇ ਨਾਲ ਲੈਂਦੇ ਸੀ। ਲੇਕਿਨ ਹੁਣ ਤਾਂ ਬਹੁਤ ਸੈਂਸਿਟੀਵਿਟੀ ਦਾ ਲੈਵਲ ਵੱਧ ਚੁੱਕਾ ਹੈ। ਨਾ ਤਾਂ ਬੱਚੇ ਕਿਸੇ ਕਿਸਮ ਦੀ ਮਾਰਕੁੱਟ ਟੀਚਰਸ ਤੋਂ ਬਰਦਾਸ਼ਤ ਕਰਦੇ ਨੇ, ਨਾ ਹੀ ਟੀਚਰਸ ਤੋਂ ਐਕਸਪੈਕਟਡ ਹੈ, ਤੇ ਨੋਟ ਨੈਵਰ ਸੋ ਔਨ ਦਾ ਕਮਿਊਨਲ ਲਾਈਨਸ। ਤੋ ਇੱਥੇ ਹੁਣ ਪੁਆਇੰਟ ਇੱਥੇ ਖੜਾ ਹੋ ਰਿਹਾ ਕਿ ਜਿਹੜੇ ਮੈਂ ਇੰਸਟੀਟਿਊਸ਼ਨਲ ਫੇਲੀਅਰ ਦੀ ਗੱਲ ਕੀਤੀ, ਕੋਈ ਵੀ ਘਟਨਾ ਹੋਏਗੀ ਆਪਾਂ ਉਸ ਨੂੰ ਸਿਰਫ ਕੁਝ ਚਸ਼ਮਿਆਂ ਤੋਂ ਵੇਖਦੇ ਹਾਂ, ਦੈਨ ਇਟ ਇਜ਼ ਡਿਸਾਈਡਡ ਕਿ ਇਸ ਤੇ ਐਕਸ਼ਨ ਲੈਣਾ ਹੈ ਜਾਂ ਨਹੀਂ ਲੈਣਾ। ਫਿਰ ਉਹਦੇ ਨਾਲ ਇੱਕ ਧੜੇਬੰਦੀ ਹੋ ਜਾਂਦੀ ਹੈ। ਹੁਣ ਇਸ ਟੀਚਰ ਜਿਹੜੀ ਤ੍ਰਿਪਤਾ ਨਾਂ ਦੀ ਮਹਿਲਾ ਹੈ, ਟੀਚਰ ਹੈ, ਇਹਦੇ ਨਾਲ ਵੀ ਧੜਾ ਖੜਾ ਹੋ ਗਿਆ। ਹੁਣ ਉਹ ਕਹਿ ਰਹੇ ਨੇ, ਹੁਣ ਬਦੋ ਬਦੀ ਅਜਿਹੇ ਵਾਹੀਆਤ ਲੋਕ ਜਿਨ੍ਹਾਂ ਦੀ ਕੋਈ ਅਕਲ ਨਹੀਂ, ਕੋਈ ਸੈਂਸ ਨਹੀਂ, ਕੋਈ ਉਹਨਾਂ ਦੇ ਵਿੱਚ ਕੋਈ ਲੌਜਿਕ ਨਹੀਂ, ਉਹ ਲੋਕ ਇਸ ਟੀਚਰ ਦੇ ਨਾਲ ਸੋਲੀਡੈਰਿਟੀ 'ਚ ਖੜੇ ਹੋ ਗਏ ਵੀ ਤੁਹਾਡੇ ਤੋਂ ਕੋਈ ਪੁੱਛੇ ਵੀ ਤੁਸੀਂ ਕਿਉਂ ਉਹਦੇ ਨਾਲ ਸੋਲੀਡੈਰਿਟੀ एक्सप्रेस। मैंने कल ट्विटर पे देखा 18,000 ट्वीट्स उनके सपोर्ट में थे, टीचर के सपोर्ट। ਤੁਸੀਂ ਇਮੇजिन ਕਰੋ ਵੀ ਉਹ ਸੋਲੀਡੈਰਿਟੀ ਤੁਸੀਂ ਇਕੱਠੇ ਹੋ ਗਏ, ਖੇਮਾ ਹੋ ਗਈ ਹਰ ਲੈਵਲ ਤੇ ਪੋਲਰਾਈਜੇਸ਼ਨ। ਤੁਸੀਂ ਕੋਈ ਬੰਦਾ ਕੁਕਰਮ ਕਰ ਰਿਹਾ, ਗਲਤ ਕਰ ਰਿਹਾ, ਕਿਸੇ ਦਾ ਕੋਈ ਗਲਾ ਵੀ ਵੱਢ ਰਿਹਾ, ਇਹ ਦੋਵੇਂ ਪਾਸਿਓਂ ਚੱਲਦਾ ਹੈ। ਕਿਸੇ ਨੇ ਕਿਸੇ ਦਾ ਗਲਾ ਵੀ ਵੱਢਤਾ, ਕਿਸੇ ਨੇ ਟ੍ਰੇਨ ਦੇ ਵਿੱਚ ਚੱਲਦੀ, ਆਪਾਂ ਪਿਛਲੀ ਵਾਰ ਗੱਲ ਕਰ ਰਹੇ ਸੀ, ਗੋਲੀ ਮਾਰਤੀ। ਉਹ ਜਿਹਨੇ ਗੋਲੀ ਮਾਰੀ ਆ ਉਹਦੇ ਹੱਕ ਦੇ ਵਿੱਚ ਵੀ ਇੱਕ ਬਹੁਤ ਵੱਡਾ ਤਬਕਾ ਖੜਾ ਹੋ ਜਾਂਦਾ ਹੈ। ਇਹ ਤਾਂ ਸਭ ਤੋਂ ਵੱਡਾ ਦੁਖਾਂਤ ਹੈ ਸਾਡੇ ਸਿਸਟਮ ਦਾ, ਵੀ ਗਲਤ ਕਾਰਵਾਈ ਹੈ ਉਸਨੂੰ ਕੰਡੈਮ ਕਰੋ, ਕਟਿੰਗ ਅਕ੍ਰੋਸ ਦ ਰਿਲੀਜੀਅਸ ਲਾਈਨਸ। ਤੁਸੀਂ ਆਪਣੇ ਫਿਰਕਿਆਂ ਤੋਂ ਉੱਤੇ ਉੱਠ ਕੇ ਇੱਕ ਗਲਤ ਅਣਮਨੁੱਖੀ ਇੱਕ ਵਤੀਰਾ ਹੈ ਉਸ ਨੂੰ ਕੰਡੈਮ ਕਰੋ। ਦੈਟ ਇਜ਼ ਵਟ ਹਿਊਮੈਨਿਟੀ ਸੀਕਸ। ਇੱਕ ਚੰਗੀ ਜਿਹਨੂੰ ਕਹਿੰਦੇ ਚੰਗੀ ਵਿਵਸਥਾ, ਨਿਆਂ ਪਸੰਦ ਜਿਹੜਾ ਸਮਾਜ ਹੈ, ਉਹ ਐਕਸਪੈਕਟ ਕਰਦਾ ਹੈ ਕਿ ਤੁਸੀਂ ਮਾੜੇ ਨੂੰ ਮਾੜਾ ਤੇ ਚੰਗੇ ਨੂੰ ਚੰਗਾ ਕਹੋ। ਹੁਣ ਤੁਸੀਂ ਮਾੜੇ ਨੂੰ ਮਾੜਾ ਇਸ ਵਾਸਤੇ ਨਹੀਂ ਕਹਿਣਾ ਕਿਉਂਕਿ ਮਾੜਾ ਕਰਨ ਵਾਲਾ ਕੋਈ ਹਿੰਦੂ ਹੈ ਜਾਂ ਮਾੜਾ ਕਰਨ ਵਾਲਾ ਕੋਈ ਮੁਹੰਮਦਨ ਹੈ, ਡਿਪੈਂਡ ਕਰਦਾ ਤੁਸੀਂ ਜਿਹਦੇ ਨਾਲ ਖੜੇ ਹੋ, ਜਿਹਦੇ ਨਾਲ ਤੁਸੀਂ ਆਪਣਾ ਮਤਲਬ ਕੋਈ ਵੀ ਸਹੀ ਤੇ ਗਲਤ ਹੋ ਸਕਦਾ ਹੈ। ਇਹਦੇ 'ਚ ਉਹਦਾ ਧਰਮ ਜਾਂ ਫਿਰਕਾ ਮੈਟਰ ਨਹੀਂ ਕਰਦਾ। ਲੇਕਿਨ ਸਵਾਲ ਹੈ ਕਿ ਸਪੇਡ ਨੂੰ ਸਪੇਡ ਕਹਿਣਾ, ਤੇ ਹੁਣ ਉਹ ਵੀ ਇੱਕ ਬੜਾ ਵੱਡਾ ਇਸ਼ੂ ਹੋ ਗਿਆ। ਤੇ ਜਿਹੜਾ ਵਰਸਟ ਪਾਰਟ ਇਜ਼ ਕਿ ਤੁਸੀਂ ਇਹਦੀ ਸ਼ੇਮਲੈਸਨੈਸ ਦੇਖੋ ਸਾਡੇ ਸਿਸਟਮ ਦੀ, ਕਿ ਤੁਸੀਂ ਯੂ ਆਰ ਸ਼ੂਟਿੰਗ ਦ ਮੈਸੇਂਜਰਸ। ਤੁਸੀਂ ਜਿਹੜੇ ਸਮਾਜ ਦੇ ਪੱਤਰਕਾਰ ਹੈਗੇ ਨੇ, ਤੁਸੀਂ ਉਹ ਲੋਕ ਜੋ ਕਿ ਇਸ ਇਸ਼ੂ ਨੂੰ ਫਲੈਗ ਕੀਤਾ, ਜਿਨ੍ਹਾਂ ਨੇ ਇੱਕ ਕਹਿੰਦੇ ਰੈੱਡ ਲਾਈਟ ਸ਼ੋਅ ਕੀਤੀ, ਤੁਸੀਂ ਉਹਨਾਂ ਦੇ ਟਵਿੱਟਰ ਬੰਦ ਕਰਨੇ ਸ਼ੁਰੂ ਕਰਤੇ। ਜਦੋਂ ਕਿ ਹੋਰ ਘਟਨਾਵਾਂ ਹੋਈਆਂ ਨੇ। ਹੁਣ ਮਿਜ਼ੋਰਮ ਦਾ ਵੀਡੀਓ ਐਡਾ ਉੱਠਿਆ,
ਉਹ ਵੀ ਆਪਣੇ ਆਪ ਵਿੱਚ ਸੌਰੀ ਮਨੀਪੁਰ ਵਾਲਾ ਜਿਹੜਾ ਹੋਇਆ, ਹੁਣ ਉੱਥੋਂ ਜਿਹੜਾ ਵੀਡੀਓ ਉੱਠਿਆ ਉਸ ਦੇ ਵਿੱਚ ਜਿਹੜੀਆਂ ਮਹਿਲਾਵਾਂ ਦੀ ਤਸਵੀਰਾਂ ਸੀਗੀਆਂ, ਹੈ ਤਾਂ ਉਹ ਵੀ ਗਲਤ ਸੀ, ਉਹ ਵੀ ਤਾਂ ਕ੍ਰਾਈਮ ਹੀ ਹੈ, ਲੇਕਿਨ ਉਸ ਚੀਜ਼ ਨੇ ਇੱਕ ਸਮੱਸਿਆ ਨੂੰ ਤੁਹਾਡੇ ਸਾਹਮਣੇ ਮੈਗਨੀਫਾਈ ਕਰਕੇ ਦਿਖਾਇਆ ਵੀ ਆਹ ਵੀ ਕੁਝ ਹੋਇਆ ਸੀ, ਤੇ ਐਵੇਂ ਦਾ ਹੋਰ ਬਹੁਤ ਕੁਝ ਹੋਇਆ ਜੋ ਕਿ ਵੀਡੀਓ ਦੀ ਸ਼ਕਲ ਵਿੱਚ ਸਾਹਮਣੇ ਨਹੀਂ ਆਇਆ। ਇਹ ਤਾਂ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆ ਜਾਂਦੀਆਂ ਨੇ, ਵੀਡੀਓ ਬਣ ਜਾਂਦੇ ਨੇ, ਤੇ ਜਿਹੜੇ ਨਹੀਂ ਬਣਦੇ, ਅਸੀਂ ਪ੍ਰੋਬਲਮ ਨੂੰ ਜੜ ਤੋਂ ਫੜਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਐਂਡ ਪ੍ਰੋਬਲਮ ਇਹੀ ਹੈ ਫਿਰ ਵੀ ਇਹੀ ਇਸ ਤਰੀਕੇ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ ਨੇ, ਤੇ ਕਿਉਂਕਿ ਇੱਕ ਧੜੇਬੰਦੀ ਹੋ ਗਈ। ਇਸ ਟੀਚਰ ਨੂੰ ਵੀ ਬਹੁਤ ਹੁਲਾਰਾ ਮਿਲ ਰਿਹਾ ਹੈ, ਇਸ ਟੀਚਰ ਨੂੰ ਵੀ ਪਤਾ ਹੈ ਕਿ ਤੂੰ ਲੱਗੀ ਰਹਿ, ਤੂੰ ਚਿੰਤਾ ਨਹੀਂ ਕਰਨੀ। ਇਹਨੂੰ ਬਹੁਤ ਲੋਕ ਹੱਲਾਸ਼ੇਰੀ ਦੇਣ ਵਾਲੇ ਆ, ਤੇ ਬੜੀ ਘਾਤਕ ਹੱਲਾਸ਼ੇਰੀ ਹੈ। ਜਿਹੜਾ ਕੱਲ ਨੂੰ ਕੋਈ ਸਿਰਫਿਰਾ ਹੋਏਗਾ ਦੂਸਰੇ ਪਾਸੇ, ਯੂ ਨੈਵਰ ਨੋ, ਪੀਪਲ ਆਰ ਮਤਲਬ ਬਹੁਤ ਕਿਸਮ ਦੇ ਲੋਕ, ਬਹੁਤ ਕਿਸਮ ਦਾ ਸਮਾਜ ਦੇ ਵਿੱਚ ਆਕਰੋਸ਼ ਹੈ, ਬੰਦੂਕਾਂ ਚੱਕ ਕੇ ਟ੍ਰੇਨਾਂ 'ਚ ਗੋਲੀਆਂ ਚੱਲ ਰਹੀਆਂ ਨੇ, ਕੋਈ ਕਿਹੜਾ ਸਿਰਫਿਰਾ ਕਦੋਂ ਕਿਸ ਦਾ ਨੁਕਸਾਨ ਕਰਦੇ, ਇਸ ਚੀਜ਼ ਦਾ ਕੋਈ ਭਰੋਸਾ ਨਹੀਂ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਸਾਡੇ ਡੈਮੋਕ੍ਰੇਸੀ ਲਈ, ਸਾਡੇ ਸੈਕੂਲਰ ਮੁਲਕ ਲਈ, ਧਰਮ ਨਿਰਪੱਖ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ, ਸਾਡੀ ਪੋਲਿਟੀ ਹੈ, ਸਾਡੀ ਐਂਟੀਟੀ ਹੈ, ਉਹਦੇ ਲਈ ਬੜਾ ਗਲਤ ਹੈ ਜੋ ਕੁਝ ਵੀ ਹੋ ਰਿਹਾ। ਐਂਡ ਸਰਕਾਰਾਂ ਤੇ ਇੰਸਟੀਟਿਊਸ਼ਨਸ ਜਿਹੜੇ ਲੀਡਰ ਨੇ ਇਸ ਵਕਤ, ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਜਿਹੜੀ ਚੁੱਪੀ ਆ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਮੇਨ ਜਿਹੜੇ ਕਰਤਾ ਧਰਤਾ ਬਣੇ ਬੈਠੇ ਨੇ, ਮਠਾਧੀਸ਼ ਕਹਿ ਲਓ, ਉਹ ਠੇਕੇਦਾਰ ਕਹਿ ਲਓ, ਠੀਕ ਹੈ, ਉਹਨਾਂ ਨੂੰ ਬਾਏ ਮੈਂਡੇਟ ਉਹਨਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ। ਲੀਡਰਸ਼ਿਪ ਨੂੰ ਇਹੋ ਜਿਹੇ ਲੋਕਾਂ ਨੂੰ ਕੰਡੈਮ ਕਰੇ, ਇੱਕ ਮੈਸੇਜ ਭੇਜਣ ਦੀ ਲੋੜ ਹੁੰਦੀ ਹੈ, ਕੰਮ ਤਾਂ 2 ਮਿੰਟ 'ਚ ਬੰਦ ਹੋ ਜਾਂਦੇ ਨੇ। ਇਹੋ ਜਿਹੀ ਹਿੰਮਤ ਨਹੀਂ ਹੁੰਦੀ ਕਿਸੇ ਟੀਚਰ ਦੀ ਜਾਂ ਕਿਸੇ ਵੀ ਬੰਦੇ ਦੀ ਇਸ ਤਰੀਕੇ ਦੇ ਵਤੀਰੇ ਦੀ, ਜੇ ਉੱਤੇ ਮੈਸੇਜ ਸਟਰੋਂਗ ਮਿਲੇ। ਹੁਣ ਜੇ ਤੁਸੀਂ ਕਹਿ ਰਹੇ ਹੋ ਕਿ 18,000 ਟਵੀਟ ਤੁਹਾਡੀ ਫੇਵਰ ਦੇ ਵਿੱਚ ਹੋਣੇ ਸ਼ੁਰੂ ਹੋ ਜਾਣ, ਤੁਸੀਂ ਕਿਉਂ ਬੰਦ ਕਰੋਗੇ? ਤੁਸੀਂ ਤਾਂ ਪਪੂਲਰ ਹੋ ਰਹੇ ਹੋ, ਤੁਸੀਂ ਹੋਰ ਇਸ ਤਰੀਕੇ ਦਾ ਜਿਹੜਾ ਵਿਵਹਾਰ ਹੈ, ਗਲਤ ਵਿਵਹਾਰ ਹੈ, ਪੇਟੈਂਟਲੀ ਰੋਂਗ ਕੰਡਕਟ ਹੈ, ਉਸ ਨੂੰ ਤੁਸੀਂ ਹੋਰ ਪ੍ਰੇਰਿਤ ਹੁੰਦੇ ਹੋ ਕਿ ਹਾਂਜੀ ਕਰੋ, ਕੋਈ ਨਹੀਂ। ਹੁਣ ਤਾਂ ਸਭ ਕੁਝ ਨਿਊਮੈਰਿਕਲੀ ਹੋ ਗਈ ਨਾ, ਮੇਰੇ ਕੋਲ ਮੇਰੇ ਪਿੱਛੇ समर्थन है, मेरे पीछे भीड़ खड़ी है, तो मैं कुछ भी कर सकता है। यही हुआ है, क्योंकि उनका तो इंटरव्यू भी हमने देखा NDTV पर, उसमें वो तो बोल रही है कि भाई हमने गलत क्या किया, और एक बहुत छोटी सी बात थी, उसको जो है बात का बतंगड़ बना दिया गया, ऐसा उन्होंने कहा टीचर ने। तो यहाँ पे एक मैं FIR की कॉपी देख रहा था जो ज़ुबैर के ख़िलाफ़ हुआ है, किसी विष्णु दत्त नाम के इंसान ने कंप्लेंट दर्ज कराया, उनके बारे में कोई डिटेल नहीं है। एक पैटर्न सा ज़रूर दिखता है, क्योंकि पहले भी उत्तर प्रदेश पुलिस ने जब भी जर्नलिस्टों ने कोई ऐसा स्टोरी किया है जिससे जो है सरकार की बदनामी हो या फिर सरकार का फेलियर दिखे, जैसे मिड डे मील स्कीम का एक रिपोर्ट आया था कुछ साल पहले, वैसे ही यूपी के एक स्कूल में बच्चों के द्वारा जो है वो फर्श साफ करवाया जा रहा था। ऐसे केसेस जब भी आए सामने, जर्नलिस्टों ने काम किया, तो जर्नलिस्टों के खिलाफ ही केसेस हो गए। तो ये भी एक पहली बार नहीं मतलब, लेकिन जिस बंदे के ਸਿਸਟੈਮਿਕ ਹੋ ਗਿਆ ਪਿਛਲੇ 8 ਸਾਲਾਂ 'ਚ ਤਾਂ ਸਿਸਟੈਮਿਕ ਹੋਇਆ ਹੀ ਹੈ। ਇਸ ਤੋਂ ਪਹਿਲਾਂ ਵੀ ਹੋਇਆ ਕਰਦਾ ਸੀ, ਲੇਕਿਨ ਹੁਣ ਚੀਜ਼ਾਂ ਨੂੰ ਨਾ ਦੇਖਣ ਦਾ ਨਜ਼ਰੀਆ ਵੀ ਬਦਲਿਆ ਹੈ। ਪਰ ਮੈਨੂੰ ਲੱਗਦਾ ਵੀ ਹੋਇਆ ਵੀ ਜ਼ਿਆਦਾ, ਯੂ ਰਾਈਟ, ਉਹ ਚੀਜ਼ਾਂ ਹੈਗੀਆਂ ਕਿ ਤੁਸੀਂ ਮਤਲਬ ਜਿਹੜੇ ਮੀਡੀਆ ਹੈ, ਮੀਡੀਆ ਨੂੰ ਤੁਸੀਂ ਦਬਾ ਰਹੇ ਹੋ, ਯੂ ਆਰ ਟ੍ਰਾਈਂਗ ਟੂ ਕੰਟਰੋਲ ਦੈਮ। ਦੂਸਰਾ ਇੱਕ ਹੋਰ ਵੀ ਪੱਖ ਹੈ ਇਸਦਾ, ਇਕੱਲਾ ਇੱਕ ਤਰਫਾ ਨਹੀਂ ਹੈ, ਦੋਵੇਂ ਤਰਫਾ ਹੈ। ਤੁਸੀਂ ਜਿਵੇਂ ਬੱਚਿਆਂ ਦੀ ਗੱਲ ਕੀਤੀ, ਬਹੁਤ ਸੇ ਅਜਿਹੇ ਮੈਸੇजेस ਜਾਂ ਬਹੁਤ ਹੀ ਅਜਿਹੇ ਤਰੀਕੇ ਨੇ ਜਿਹਦੇ ਨਾਲ ਤੁਸੀਂ ਸੱਤਾਧਾਰੀ ਧਿਰ BJP ਜਾਂ ਸਰਕਾਰ ਨੂੰ ਵੀ ਕਈ ਵਾਰ ਕਾਰਨਰ ਕਰਨ ਦੀ ਕੋਸ਼ਿਸ਼ ਕਰਦੇ ਹੋ, ਥਰੂ ਵੈਲਿਡ ਐਂਡ ਸਮਟਾਈਮਸ ਨਾਟ ਸੋ ਵੈਲਿਡ ਮੀਨਸ। ਸੋ ਜਿਹੜਾ ਕ੍ਰਿਟਿਸਿਜ਼ਮ ਹੈ, ਹਾਈਪਰ ਕ੍ਰਿਟਿਸਿਜ਼ਮ ਜਿਸ ਨੂੰ ਕਹਤਾ ਹੈ, ਉਹਨੇ ਹਾਈਪਰ ਕ੍ਰਿਟਿਸਿਜ਼ਮ ਦੇ ਰਿਐਕਸ਼ਨ ਚੋਂ ਵੀ ਕਈ ਗੱਲਾਂ ਬਾਤਾਂ ਨਿਕਲਦੀਆਂ ਨੇ, ਕਿਉਂਕਿ ਜਦੋਂ ਤੁਸੀਂ ਸਰਕਾਰ ਨੂੰ ਟਾਰਗੇਟ ਕਰਦੇ ਹੋ ਜਾਂ ਕਿਸੇ ਪਾਰਟੀ ਨੂੰ ਟਾਰਗੇਟ ਕਰਦੇ ਹੋ ਜੋ ਕਿ ਮਜ਼ਬੂਤ ਹੈ, ਜਿਹਦੇ ਕੋਲ ਨਿਊਮੈਰੀਕਲ ਅੱਜ ਵੀ ਗਿਣਤੀ ਤਾਂ ਹੈ ਹੀ ਹੈ ਨਾ, ਸੋ ਉੱਥੇ ਉਹਦਾ ਜਿਹੜਾ ਸਪੋਰਟ ਬੇਸ ਹੈ ਉਹ ਐਕਟਿਵ ਹੋ ਜਾਂਦਾ ਹੈ। ਫਿਰ ਉਸ ਤੋਂ ਬਾਅਦ ਉਹ ਹਰਕਤ ਚਾਹੁੰਦੇ ਨੇ, ਫੋਰਮ ਚਾਹੁੰਦੇ ਨੇ, ਉਸ ਤੋਂ ਬਾਅਦ ਫਿਰ ਉਹ ਇੱਕ ਭੇੜ ਚਾਲ ਹੋ ਜਾਂਦੀ ਹੈ ਸ਼ੁਰੂ, ਐਂਡ ਦੈਟ ਇਜ਼ ਹਾਊ ਦ ਥਿੰਗਸ ਦੇ ਆਰ ਵਰਕਿੰਗ ਆਊਟ। ਸੋ ਨਥਿੰਗ ਇਜ਼ ਮਤਲਬ ਸਹੀ ਕੀ ਹੈ, ਗਲਤ ਕੀ ਹੈ, ਇਹਦੀ ਤਾਂ ਪਰਿਭਾਸ਼ਾ ਖਤਮ ਹੋ ਚੁੱਕੀ ਹੈ। ਹਾਂ ਬਿਲਕੁਲ, ਹੁਣ ਤਾਂ ਹੈ ਕਿ ਜ਼ਿਆਦਾ ਕਿਹਦੇ ਨਾਲ ਹੈ, ਘੱਟ ਕਿਹਦੇ ਨਾਲ ਹੈ, ਕੌਣ ਕਿਸ ਨੂੰ ਡੋਮੀਨੇਟ ਕਰ ਸਕੇਗਾ ਅਲਟੀਮੇਟਲੀ। ਬਟ ਇਸ ਸਿਸਟਮ ਦੇ ਵਿੱਚ ਅਜੇ ਵੀ ਜਿਹੜੀ ਥੋੜੀ ਬਹੁਤ ਆਸ ਤੇ ਉਮੀਦ ਹੈ ਨਾ, ਉਹ ਸਾਡੀਆਂ ਅਦਾਲਤਾਂ ਤੋਂ, ਸਾਡੇ ਅਜਿਹੇ ਟ੍ਰਿਬਿਊਨਲ, ਸਾਡੇ ਅਦਾਰੇ, ਸਾਡੇ ਈਵਨ ਪੁਲਿਸ ਫॉर दैट ਮੈਟਰ, ਜਿਹੜੇ ਵੀ ਬੰਦਾ ਆਪਣੇ ਅਹੁਦੇ ਤੇ ਬੈਠਾ ਹੈ, ਜਿਸ ਨੂੰ ਜ਼ਿੰਮੇਵਾਰੀ ਹੈ, ਜਿਸ ਨੇ ਇਸ ਟੀਚਰ ਦੇ ਖਿਲਾਫ ਕੋਈ ਕਾਰਵਾਈ ਕਰਨੀ ਸੀ, ਮਿਸਾਲ ਦੇ ਤੌਰ ਤੇ ਕਿ ਟੀਚਰ ਤੋਂ ਮਾਫੀ ਮੰਗਾਣੀ ਸੀ। ਮੈਂ ਨਹੀਂ ਕਹਿੰਦਾ ਕਿ ਤੁਸੀਂ ਟੀਚਰ ਨੂੰ ਫਾਹੇ ਲਾ ਦਿਓ, ਉਹਨੇ ਗਲਤ ਕੰਮ ਕੀਤਾ, ਟੀਚਰ ਦਾ ਕੋਈ ਕਸੂਰ ਹੋਏਗਾ, ਉਹਦੀ ਕੋਈ ਸਜ਼ਾ ਹੁੰਦੀ ਹੋਏਗੀ, ਉਨਾ ਹੀ ਕਿ ਉਹਨੂੰ ਸਜ਼ਾ ਦਿੱਤੀ ਜਾ ਸਕਦੀ, ਉਸ ਤੋਂ ਬਾਅਦ ਦਿੱਤੀ ਨਹੀਂ ਜਾ ਸਕਦੀ। ਲੇਕਿਨ ਕਈ ਵਾਰ ਅਜਿਹੀਆਂ ਚੀਜ਼ਾਂ ਹੁੰਦੀਆਂ ਵੀ ਨੇ, ਟੀਚਰਸ ਵੱਲੋਂ ਜੇ ਕੁਝ ਕੀਤਾ ਗਿਆ, ਸਾਡੇ ਸਮੇਂ ਦੇ ਉੱਤੇ ਟੀਚਰ ਬੱਚਿਆਂ ਨੂੰ ਕੁੱਟਦਿਆ ਕਰਦੇ ਸੀਗੇ ਤੇ ਬੜੀ ਬੁਰੀ ਤਰ੍ਹਾਂ ਕੁੱਟਿਆ ਕਰਦੇ ਸੀ, ਉਹਨਾਂ ਦੇ ਮਨ ਦੇ ਵਿੱਚ ਕੋਈ ਉਹ ਨਹੀਂ ਗੱਲ ਹੁੰਦੀ ਸੀ, ਲੇਕਿਨ ਹੁੰਦਾ ਸੀ। ਦੈਟ ਵਾਜ਼ ਅ ਪਾਰਟ ਆਫ ਦ ਕਲਚਰ ਦੈਟ ਵੀ ਗਰੂ ਅਪ ਇਨ। ਆਈ ਐਮ श्योर ਕਿ ਤੁਸੀਂ ਵੀ ਕਦੇ ਨਾ ਕਦੇ ਕਿਸੇ पनिशमेंट तो था, होता ही था, स्केल से पीट दिया, ਕੰਨ ਫੜ ਲਏ, ਮਰੋੜ ਤੇ, ਯੂ نو ਥੀਸ ਥਿੰਗਸ ਯੂਜ਼ਡ ਟੂ ਹੈਪਨ।
ਤੇ ਲੇਕਿਨ ਚਲੋ ਉਸ ਦੇ ਬਾਅਦ ਜੇ ਗੱਲ ਹੋ ਗਈ, ਸਭ ਕੁਝ ਹੋ ਗਿਆ, ਉਸ ਤੋਂ ਬਾਅਦ ਇੱਕ ਘੱਟੋ ਘੱਟ ਇੱਕ ਰਿਅਲਾਈਜੇਸ਼ਨ ਹੋਣੀ ਚਾਹੀਦੀ ਹੈ। ਹੁਣ ਪਿੱਛੇ ਇੱਕ ਘਟਨਾ ਸੀਗੀ ਜਿਸ ਵਿੱਚ ਕਿ ਇੱਕ ਆਈ ਥਿੰਕ ਬਿਹਾਰ ਦੀ ਘਟਨਾ ਸੀ, ਬਿਹਾਰ ਜਾਂ ਝਾਰਖੰਡ ਦਾ ਇੱਕ ਪੁਲਿਸ ਵਾਲੇ ਨੇ ਸਿੱਧੂ ਮੂਸੇਵਾਲਾ ਦਾ ਪੋਸਟਰ ਲਾ ਕੇ ਇੱਕ ਮੁੰਡਾ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਸੀ ਤੇ ਉਸਨੂੰ ਕਹਿਤਾ ਤੂੰ ਅੱਤਵਾਦੀ ਦੀ ਫੋਟੋ ਲਾਈ ਹੋਈ ਹੈ। ਹੁਣ ਜਿਵੇਂ ਵੀਡੀਓ ਵਾਇਰਲ ਹੋਇਆ ਤੇ ਉਸ ਪੁਲਿਸ ਵਾਲੇ ਨੂੰ ਰਿਅਲਾਈਜ਼ ਹੋਇਆ ਕਿ ਮੈਂ ਗਲਤ ਕਰਤਾ, ਉਸਨੇ ਮਾਫੀ ਮੰਗ ਲਈ। ਦੈਟ ਵਾਸ ਦ ਇਨਸਟੈਂਟ ਰਿਐਕਸ਼ਨ, ਗੱਲ ਖਤਮ ਹੋ ਗਈ। ਠੀਕ ਹੈ, ਉਸਨੇ ਸਿੱਧੂ ਮੂਸੇਵਾਲੇ ਨੂੰ ਉਹ ਕਹਿੰਦਾ ਮੈਂ ਨਹੀਂ ਪਛਾਣ ਸਕਿਆ ਜਾਂ ਮੇਰੀ ਸਮਝ ਦੇ ਵਿੱਚ ਕਮੀ ਸੀ, ਮੈਨੂੰ ਪਤਾ ਨਹੀਂ ਕਿੱਡਾ ਵੱਡਾ, ਤੇ ਮੈਂ ਉਹਨੂੰ ਅੱਤਵਾਦੀ ਕਹਿ ਬੈਠਿਆ ਤੇ ਉਹਨੇ ਆਪਣੀ ਗਲਤੀ ਮੰਨ ਲਈ ਨਾਲ ਦੇ ਨਾਲ, ਇਨਸਟੈਂਟਲੀ, ਵਿਦਆਊਟ ਰਿਅਲਾਈਜ਼ਿੰਗ। ਨਾਟ ਦੈਟ ਕਿ ਸਿੱਧੂ ਮੂਸੇਵਾਲਾ ਪਪੂਲਰ ਹੈ, ਮਾਰ ਚੁੱਕਾ ਹੈ ਤੇ ਉਹਦੇ ਨਾਲ ਆਲ ਦੈਟ, ਲੇਕਿਨ ਫਿਰ ਵੀ ਉਹਨੇ ਗਲਤੀ ਮੰਨ ਲਈ, ਮਸਲਾ ਖਤਮ ਹੋ ਗਿਆ। ਪਰਿਵਾਰ ਨੇ ਵੀ ਕਿਹਾ ਵੀ ਚਲੋ ਠੀਕ ਹੈ, ਅਗਲੇ ਨੂੰ ਨਹੀਂ ਪਤਾ ਸੀ, ਅਗਲੇ ਨੇ ਗਲਤ ਬੋਲਤਾ। ਹੁਣ ਇਹੋ ਜਿਹੇ ਲੋਕ ਜੇ ਗਲਤੀ ਮੰਨ ਲੈਣ ਤਾਂ ਵੀ ਬੜੀ ਵੱਡੀ ਗੱਲ ਹੈ, ਲੇਕਿਨ ਇਹ ਲੋਕ ਤਾਂ ਅਹਿਸਾਸ ਵੀ ਨਹੀਂ ਕਰ ਰਹੇ, ਰਿਅਲਾਈਜ਼ ਨਹੀਂ ਕਰ ਰਹੇ। ਔਨ ਦਾ ਟਾਪ ਆਫ ਇਟ ਇਹਨਾਂ ਦੇ ਨਾਲ ਇੱਕ ਸਪੋਰਟ ਬੇਸ ਖੜਾ ਹੋ ਗਿਆ। ਸਰਕਾਰਾਂ, ਅਦਾਰੇ, ਇੰਸਟੀਟਿਊਸ਼ਨਸ ਕੰਮ ਕਰਨ ਲਈ, ਇਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਤਿਆਰ ਨਹੀਂ। ਐਂਡ ਟੂ ਟਾਪ ਇਟ ਆਲ ਜਿਹੜੇ ਲੋਕ ਬੋਲ ਰਹੇ ਨੇ ਉਹਨਾਂ ਦੇ ਖਿਲਾਫ ਹੁਣ ਕੇਸ ਰਜਿਸਟਰ ਹੋ ਗਏ, ਜਾਂ ਉਹਨਾਂ ਨੂੰ ਸਟਾਈਫਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਦੇ ਮੂੰਹ ਦੇ ਉੱਤੇ ਤੁਸੀਂ ਪੱਟੀ ਬੰਨਣਾ ਚਾਹ ਰਹੇ ਹੋ ਵੀ ਤੁਸੀਂ ਗੱਲ ਨਾ ਕਰੋ, बदनामी नहीं होनी चाहिए। गल तो वही है। बिल्कुल बिल्कुल। मैंने देखा कि सोशल मीडिया पे एक्ट्रेस उर्मिला मातोंडकर, उन्होंने इस पर ट्वीट किया था, उनका विथहोल्ड हो गया है। रोहिणी सिंह जर्नलिस्ट हैं, गार्गी रावत एनडीटीवी की जर्नलिस्ट हैं, इन सब के ट्वीट्स जो हैं विथहोल्ड हो गए। दारा फारूकी फिल्म मेकर हैं, स्क्रिप्ट राइटर हैं, उन सब के ट्वीट्स जो हैं विथहेल्ड इन इंडिया करके एक मैसेज आ रहा है उनके हैंडल्स पर। तो ये वो बोल रहे थे कि भाई वी आर, मतलब सिर्फ जर्नलिस्ट से नहीं, बाकी लोग भी जो हैं वो ट्वीट कर रहे हैं, उनका भी जो है सस्पेंड हो रहा है या फिर डिलीट किया जा रहा है। तो एक मेरा यहाँ पे सवाल है कि क्या एक जो है पब्लिक मोरालिटी नाम की जो चीज़ होती है, जो हम बचपन से सुनते आए हैं, एक तो उसका कानून जो है, देश का कानून वो तय करता है। दूसरा ये कि कुछ चीज़ें एक्सेप्टेड होती हैं, जैसे हम बचपन से सुनते आए हैं कि कानून अंधा होता है, मतलब ये कोई फ़र्क नहीं करता किसी के साथ। लेकिन क्या कानून अंधा तब होता है जब किसी का एक मज़हब अलग हो, तब कानून अंधा होता है, बाकी टाइम पे जो है वो कुछ करता नहीं है, सिर्फ उसी के खिलाफ जाता है। तो क्या एक पब्लिक मोरालिटी की जो परिभाषा है, क्या वो बदल गई है हिंदुस्तान में अब? पता नहीं परिभाषा बदली नहीं बदली, मैंने लगता है एट द एंड ऑफ द डे ਅਸੀਂ ਰਾਈਟ ਮੈਸੇजेस ਦੇ ਨਹੀਂ ਪਾ ਰਹੇ ਹਾਂ। ਸਿਸਟਮ ਉਹੀ ਹੈ, ਬੰਦੇ ਉਹੀ ਨੇ। ਇਹ ਸਿਸਟਮ ਬਹੁਤ ਚੰਗਾ ਇਫੈਕਟਿਵਲੀ ਵੀ ਕੰਮ ਕਰ ਸਕਦਾ ਹੈ, ਇਹਦੇ ਵਿੱਚ ਬਹੁਤ ਕੈਪੈਸਿਟੀਜ਼ ਨੇ, ਲੋਕਾਂ ਦਾ ਕਿਰਦਾਰ ਨਹੀਂ ਗਿਰਿਆ। ਮੈਂ ਆਮ ਵੈਰੀ ਕਲੀਅਰ ਔਨ ਦੈਟ। ਇਹ ਸਿਰਫ ਕੁਝ ਜਿਹੜੇ ਸਾਡੀ ਗੱਲ ਹੈ ਲੀਡਰਸ਼ਿਪ ਦੀ। ਮੈਂ ਅਗੇਨ ਆਈ ਵਿਲ ਜਸਟ ਕਮ ਟੂ ਦ ਸੇਮ ਪੁਆਇੰਟ ਕਿ ਸਾਡੇ ਜਿਹੜੀ ਲੀਡਰਸ਼ਿਪ ਹੈ, ਸਾਡੇ ਜਿਹੜੇ ਅਦਾਰੇ ਤੇ ਇੰਸਟੀਟਿਊਸ਼ਨਸ ਨੇ, ਜਿਨ੍ਹਾਂ ਨੇ ਕੋਈ ਵੀ ਗਲਤੀ ਕਰਦਾ ਉਸ ਨੂੰ ਇੱਕ ਸਬਕ ਤੇ ਸਜ਼ਾ ਦੇਣੀ ਹੈ। ਸਜ਼ਾ ਨਾ ਦਿਓ, ਤੁਸੀਂ ਸਬਕ ਦਿਓ ਤੇ ਇਹ ਗਲਤੀ ਅੱਗੇ ਤੋਂ ਨਾ ਹੋਵੇ। ਇਹ ਹੁਣ ਸੁਨੇਹਾ ਦੇਣ ਵਾਲਾ ਕੋਈ ਹੈ ਨਹੀਂ। ਦੈਟ ਇਜ਼ ਦ ਮੋਸਟ ਅਨਫੋਰਚੂਨੇਟ ਪਾਰਟ। ਹੁਣ ਜਦੋਂ ਕੋਈ ਕਹਿਣ ਵਾਲਾ, ਕੋਈ ਟੋਕਣ ਵਾਲਾ, ਕੋਈ ਰੋਕਣ ਵਾਲਾ ਨਹੀਂ, ਤਾਂ ਫਿਰ ਸੁਧਾਰ ਕੀ ਹੋਏਗਾ? ਤੇ ਕੋਈ ਕਿਉਂ ਡਿਸਕਰੇਜ ਜਾਂ ਡਿਸਸੂਏਡ ਫੀਲ ਕਰੇਗਾ ਜਾਂ ਡਿਫੀਡੈਂਟ ਫੀਲ ਕਰੇਗਾ? ਤੁਸੀਂ ਤਾਂ ਕੌਨਫੀਡੈਂਸ ਦੇ ਵਿੱਚ ਆਉਂਦੇ ਹੋ, ਤੁਹਾਨੂੰ ਪਤਾ ਵੀ ਤੁਸੀਂ ਗਲਤ ਗੱਲ ਕਰ ਰਹੇ ਹੋ, ਤੁਸੀਂ ਭੜਕਾਊ ਗੱਲ ਕਰਦੇ ਪਏ ਹੋ, ਤਾਂ ਤੁਹਾਡੇ ਖਿਲਾਫ ਜਿੰਨੇ ਲੋਕ ਨੇ ਉਸ ਤੋਂ ਵੱਧ ਲੋਕ ਤੁਹਾਡੇ ਬੈਕਅਪ ਦੇ ਵਿੱਚ ਆ ਗਏ ਨੇ। ਸੋ ਇਹ ਹੋ ਰਿਹਾ। ਦਿਸ ਇਜ਼ ਪੋਲਰਾਈਜੇਸ਼ਨ, ਧਰੂਵੀਕਰਨ ਦਾ ਇੱਕ ਵੱਖਰੇ ਕਿਸਮ ਦਾ ਮਾਡਲ ਹੈ। ਲੇਕਿਨ ਅਜਿਹੀ ਚੀਜ਼ਾਂ ਨਹੀਂ ਹੈਗੀਆਂ, ਕਿਉਂਕਿ ਜਦੋਂ ਸਟੇਟ ਆਪਣਾ ਕੰਮ ਕਰਨ ਤੇ ਆਉਂਦੀ ਹੈ, ਐਂਡ ਸਟੇਟ ਦਾ ਰੋਲ ਹੀ ਇਹ ਹੈ ਬੇਸਿਕਲੀ, ਜਿਹਨੂੰ ਆਪਾਂ ਸਟੇਟ ਕਹਿੰਦੇ ਆ। ਕਈ ਵਾਰ ਸਟੇਟ ਨੂੰ ਅਸੀਂ ਬੜੇ ਅਲੱਗ-ਅਲੱਗ ਕੋਨੋਟੇਸ਼ਨਸ ਹੁੰਦੀਆਂ ਨੇ, ਲੇਕਿਨ ਸਟੇਟ ਦੀ ਭੂਮਿਕਾ ਇਹੀ ਹੈ ਕਿ ਤੁਸੀਂ ਸਿਸਟਮ ਨੂੰ ਚਲਾਉਣਾ ਹੈ, ਤੁਸੀਂ ਇੱਕ ਦੇਸ਼ ਨੂੰ ਚਲਾਉਣਾ ਹੈ। ਉਹ ਦੇਸ਼ ਇੱਦਾਂ ਨਹੀਂ ਚੱਲ ਸਕਦਾ, ਇੱਦਾਂ ਲੜਾਈ ਝਗੜਿਆਂ ਦੇ ਨਾਲ ਨਹੀਂ ਚੱਲ ਸਕਦਾ। ਤੁਹਾਡੇ ਸਮਾਜ ਦੇ ਵਿੱਚ ਇਸ ਤਰੀਕੇ ਦੇ ਹਮੇਸ਼ਾ ਖਿੱਚੋ ਤਾਣ ਲੱਗੀ ਰਹੇ, ਲੋਕਾਂ ਦੇ ਖਿਲਾਫ ਇਹੀ ਕੰਮਾਂ ਦੇ ਵਿੱਚ ਫਸੇ ਰਹੋ। ਸਟੇਟ ਹੈਜ਼ ਟੂ ਬੀ ਰਿਲੀਜਨ ਨਿਊਟਰਲ, ਕਮਿਊਨਲ ਨਿਊਟਰਲ, ਐਂਡ ਦੈਟ ਇਜ਼ ਵਾਟ ਸੈਕੂਲਰਿਜ਼ਮ ਇਜ਼ ਆਲ ਅਬਾਊਟ। ਹਾਂ ਬਿਲਕੁਲ। ਹੁਣ ਇੱਥੇ ਉਲਟੀ ਗੰਗਾ ਵਹਿ ਰਹੀ ਹੈ ਵੀ ਜਿੱਥੇ ਤੁਹਾਨੂੰ ਲੱਗਦਾ ਵੀ ਕਿ ਧਰਮ ਦੀ ਰਾਜਨੀਤੀ ਕਰਕੇ ਜੇ ਤੁਸੀਂ ਸੱਤਾ ਦੇ ਵਿੱਚ ਆ ਗਏ ਹੋ, ਤੇ ਸੱਤਾ ਦੇ ਵਿੱਚ ਤੁਸੀਂ ਕਹਿ ਰਹੇ ਹੋ ਮੈਨੂੰ ਸਦੀਆਂ ਤੱਕ ਧਰਮ ਦੀ ਰਾਜਨੀਤੀ ਟਿਕਾ ਕੇ ਰੱਖੇ, ਕਿੰਨੀ ਦੇਰ ਤੱਕ ਟਿਕ ਜਾਏਗੀ? 10 ਸਾਲ, 15 ਸਾਲ, 20 ਸਾਲ, ਕਿਤੇ ਨਾ ਕਿਤੇ ਤੱਕ। ਲੇਕਿਨ ਉਸ ਵਕਤ ਤੱਕ ਜਦੋਂ ਤੱਕ ਇਹ चीज़ें बदलनगियाँ तब कितना नुकसान हो चुका है, कितना होगा। हाँ बिल्कुल सही बात है। शो से पहले मैं आपके तेरी चीज़ां लोड़ नहीं हैगी। मैनू ये नहीं समझ आती भी धर्म के उत्ते आधारित राजनीति। हुण आपां थोड़ा जिहा एक्सपैंड कर रहे हैं चर्चा का बेस नूं, लेकिन गल तां मैसेज देण दी है, सरकारां दे भूमिका दी है, रोल दी है। ते ये मतलब ਤੁਸੀਂ ਤੁਹਾਡੀ ਪਰਫਾਰਮੈਂਸ ਕਿਉਂ ਲੋਕਾਂ ਤੋਂ ਤੁਹਾਨੂੰ ਵੋਟ ਨਹੀਂ ਲੈ ਕੇ ਦੇ ਸਕਦੀ? ਕਿਉਂ ਤੁਹਾਨੂੰ ਚੋਣਾਂ ਤੋਂ ਪਹਿਲਾਂ ਇੱਕ ਮੰਦਰ ਹੀ ਬਣਾਉਣਾ ਪੈਣਾ ਹੈ? ਜਾਂ ਕਿਉਂ ਚੋਣਾਂ ਤੋਂ ਪਹਿਲਾਂ ਇੱਕ ਦੇਸ਼ ਦੇ ਹੱਕ ਦੇ ਵਿੱਚ ਇੱਕ ਸੈਂਟੀਮੈਂਟ ਹੋਣ ਲਈ ਇੱਕ ਲੜਾਈ ਦਾ ਮਾਹੌਲ ਬਾਰਡਰਾਂ ਦੇ ਉੱਤੇ ਹੋਵੇ, ਤਨਾਤਨੀ ਹੋਵੇ, ਟੈਨਸ਼ਨ ਹੋਵੇ, ਪ੍ਰੈਸ਼ਰ ਹੋਵੇ, ਫਿਰ ਤੁਹਾਡਾ ਚੋਣ ਹੋਵੇ ਤਾਂ ਹੀ ਤੁਸੀਂ ਜਿੱਤਦੇ ਹੋ? ਇਹ ਕਿਉਂ ਹੋ ਰਿਹਾ ਹੈ? ਤੇ ਪਹਿਲਾਂ ਵੀ ਹੁੰਦਾ ਰਿਹਾ।
ਇਲੈਕਸ਼ਨ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਮਾਹੌਲ ਹੋਰ ਉਹਦੇ ਵਿੱਚ ਹੋਰ ਜ਼ਹਿਰ ਘੁਲਦਾ ਹੈਗਾ। ਸੋ ਤੁਹਾਡੀ ਪਰਫਾਰਮੈਂਸਿਸ ਕਿੱਥੇ ਨੇ? ਆਪਾਂ ਚੰਦਰਮਾ ਤੱਕ ਪਹੁੰਚ ਗਏ ਆ, ਇਹ ਵੀ ਪਰਫਾਰਮੈਂਸ ਹੀ ਹੈ। ਇਸ ਬੂਤੇ ਉੱਤੇ ਸਾਨੂੰ ਵੋਟ ਕਿਉਂ ਨਹੀਂ ਮਿਲ ਸਕਦੇ? ਹਾਂ ਬਿਲਕੁਲ ਸਹੀ ਬਾਤ ਹੈ। ਇਹ ਸੋਚਣ ਵਾਲਾ ਵਿਸ਼ਾ ਹੈ, ਇਹ ਲੋਕਾਂ ਲਈ ਵੀ ਸੋਚਣ ਵਾਲਾ ਵਿਸ਼ਾ, ਸਾਡੇ ਲਈ ਵੀ ਸੋਚਣ ਵਾਲਾ ਵਿਸ਼ਾ ਹੈ ਕਿ ਜੇ ਵੋਟ ਨਹੀਂ ਮਿਲ ਸਕਦੇ ਤੇ ਫਿਰ ਜੋ ਉਹ ਕਰਦੀ ਪਈ ਇੱਕ ਪਾਰਟੀ ਜੋ ਕਿ ਇੱਕ ਧਰਮ ਦੀ ਰਾਜਨੀਤੀ ਕਰਦੀ ਹੈ, ਫਿਰ ਉਹ ਠੀਕ ਕਰਦੀ ਪਈ ਹੈ। ਉਹਨਾਂ ਦੇ ਆਪਣੇ ਲਿਮਿਟਿਡ ਜੇ ਮਫਾਦ ਦੇ ਵਿੱਚ, ਉਹਨਾਂ ਦਾ ਕੰਮ ਤਾਂ ਸੱਤਾ ਦੇ ਵਿੱਚ ਆਣਾ ਨਾ, ਉਹਨਾਂ ਦਾ ਕੰਮ ਕੁਝ ਹੋਰ ਨਹੀਂ ਹੈ। ਦੇ ਵਾਂਟ ਟੂ ਬੀ ਇਨ ਪਾਵਰ। ਲੇਕਿਨ ਦੇਸ਼ ਦਾ ਕਿੱਡਾ ਵੱਡਾ ਨੁਕਸਾਨ ਹੈ। ਤੁਸੀਂ ਇਸ ਮਲਟੀ ਕਲਚਰਲ ਸੁਸਾਇਟੀ ਦੇ ਵਿੱਚ ਕੈਨ ਯੂ ਇਮੇਜਿਨ ਕਿ ਇਕੱਲਾ ਇੱਕ ਹੀ ਧਰਮ ਪ੍ਰਧਾਨ ਹੋਏਗਾ, ਦੂਸਰੇ ਨੂੰ ਉੱਭਰਨ ਨਾ ਦਿੱਤਾ ਜਾਵੇ, ਹੋਰਾਂ ਨੂੰ ਦਮਨ ਕੀਤਾ ਜਾਏ। ਸੋ ਉਹ ਇਹ ਮਤਲਬ these are the fault lines which have to be ਜਦੋਂ ਵੀ ਆਦੀ ਡਿਬੇਟ ਕਿਤੋਂ ਸ਼ੁਰੂ ਹੁੰਦੀ ਹੈ, ਘਟਨਾ ਇੱਕ ਹੁੰਦੀ ਹੈ, ਛੋਟੀ ਹੁੰਦੀ ਹੈ। ਹਾਲਾਂਕਿ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਅਵੋਇਡ ਕਰੀਏ ਇਹ ਘਟਨਾਵਾਂ ਦੇ ਉੱਤੇ। ਕਿਉਂ? ਜਿਹੜੀ ਨਫ਼ਰਤ ਤੇ ਕੁੜੱਤਨ ਪੈਦਾ ਕਰਦੀ। ਬੱਚੇ ਦਾ ਬੜਾ ਡਿਸਟਰਬਿੰਗ ਵੀਡੀਓ ਹੈ, ਕੋਈ ਚੰਗਾ ਭਲਾ ਬੰਦਾ ਦੇਖੇਗਾ ਉਹਨੂੰ ਵੀ ਅੱਗ ਚੜ੍ਹ ਜਾਏਗੀ ਬਿਨਾਂ ਕਿਸੇ ਕਾਰਨ ਤੋਂ। ਐਂਡ ਹੀ ਵੁੱਡ ਅੰਡਰਸਟੈਂਡ ਕਿ ਯਾਰ ਵੀ ਮਤਲਬ ਮੇਰਾ ਇਸ ਬੱਚੇ ਨਾਲ ਕੋਈ ਤਾਲੁਕ ਨਹੀਂ, ਮੇਰਾ ਇਸ ਮਜ਼ਹਬ ਦੇ ਨਾਲ ਕੋਈ ਤਾਲੁਕ ਨਹੀਂ, ਲੇਕਿਨ ਜੋ ਹੋ ਰਿਹਾ ਗਲਤ ਹੈ, ਸਾਨੂੰ ਉਹ ਚੀਜ਼ ਐਜੀਟੇਟ ਕਰਦੀ ਹੈ। ਦੈਟ ਇਜ਼ ਵਾਈ ਵੀ ਆਰ ਡਿਸਕਸਿੰਗ ਇਟ। ਜਿਹੜੇ ਲੋਕਾਂ ਨੇ ਉਹਨੂੰ ਸ਼ੇਅਰ ਕੀਤਾ ਤੇ ਬਹੁਤ ਕੁਝ ਹੁੰਦਾ ਕਮਿਊਨਿਟੀ ਦੇ ਵਿੱਚ, ਬਹੁਤ ਘੱਟ ਚੀਜ਼ਾਂ ਸਾਹਮਣੇ ਆ ਪਾਉਂਦੀਆਂ ਨੇ, ਕੁਝ ਪਰਸੈਂਟ ਵੀ ਨਹੀਂ ਸਾਹਮਣੇ ਆ ਪਾਉਂਦਾ। ਬਹੁਤ ਕੁਝ ਰੋਜ਼ ਹੋ ਰਿਹਾ ਹੈ, ਲੋਕਾਂ ਦੇ ਨਾਲ ਵਿਤਕਰੇ ਹੋ ਰਹੇ ਨੇ, ਲੋਕਾਂ ਦੇ ਨਾਲ ਸਭ ਕੁਝ ਹੋ ਰਿਹਾ ਹੈ। ਸੋ ਪੁਆਇੰਟ ਤਾਂ ਉਹੀ ਹੈ ਵੀ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਹਾਂ ਤਾਂ ਸਾਨੂੰ ਬ੍ਰੌਡਰ ਆਪਾਂ ਕਿਸ ਇਕੋਸਿਸਟਮ ਦੇ ਵਿੱਚ ਮਾਡਲ ਕੀ ਆਸ-ਪਾਸ ਸਾਡੀ ਸਕੀਮ ਆਫ ਥਿੰਗਸ ਕੀ ਉਹ ਸਮਝੀ ਆਪਾਂ ਪਹਿਲਾਂ ਤਾਂ। ਇਕੱਲਾ ਇੱਕ ਘਟਨਾ ਨਹੀਂ ਨਾ, ਇੱਕ ਟੀਚਰ ਨੂੰ ਕੌਣ ਟੰਗੇਗਾ, ਕੌਣ ਹਿੰਮਤ ਦਿਖਾਏਗਾ, ਕਿਹੜਾ ਅਫਸਰ, ਕਿਹੜਾ ਅਦਾਰਾ ਕੈਨ ਟੇਕ ਟੂ ਦ ਟਾਸਕ। ਤੁਸੀਂ ਇੱਥੇ ਦੇ ਕੇ ਦੇਖੋ ਪੰਜਾਬ ਦੇ ਵਿੱਚ ਕੀ ਹਾਲ ਕੀਤਾ ਇਹਨਾਂ ਨੇ, ਹੋਰ ਥਾਂ ਤੇ ਕੀ ਕਰਦੇ ਨੇ, ਕਿਸੇ ਵੀ ਸਟੇਟ ਦੇ ਵਿੱਚ ਹੋਵੇ। ਉੱਤਰ ਪ੍ਰਦੇਸ਼ ਦੀ ਗੱਲ ਕਰ ਲਓ, ਤੁਸੀਂ ਦਿੱਲੀ ਦੀ ਗੱਲ ਕਰ ਲਓ, ਛੋਟੀ ਜਿਹੀ ਗੱਲ ਕਰੋ ਤੇ ਤੁਹਾਨੂੰ 2 ਮਿੰਟ 'ਚ ਬੁੱਕ ਕਰ ਦੇਣਗੇ। ਤੁਸੀਂ ਕਾਨੂੰਨ ਦੇ ਖਿਲਾਫ ਜਾਓ ਸਹੀ, ਲੇਕਿਨ ਇੱਥੇ ਕਿਉਂ? ਕਿਉਂਕਿ ਇੱਕ ਮੁਸਲਮਾਨ ਬੱਚਾ ਟਾਰਗੇਟ ਹੈਗਾ। ਜੇ ਹਿੰਦੂ ਬੱਚਾ ਹੁੰਦਾ ਉਹਦੀ ਥਾਂ ਤੇ ਤਾਂ ਫਿਰ ਕੀ ਇੰਨਾ ਸਮਾਂ ਲੱਗ ਰਿਹਾ ਹੁੰਦਾ कार्रवाई? ये बहुत अहम सवाल है, बिल्कुल आपका बहुत अहम पॉइंट है। हम शो पर आने से पहले हम वीडियोस देख रहे थे 5 अलग अलग जगहों से जो है बच्चों के वीडियोस मैं आपको दिखा रहा था, जिसमें जो है बच्चों के ज़रिए पोइट्री पढ़ाया जा रहा है। एक ख़ास किस्म की पोइट्री जिसमें गोली मारो सालों को वगैरह वगैरह ऐसे जो है अल्फाज हैं, उसमें बच्चों के ज़रिए ये पोइट्री पढ़वाया जा रहा है। एक तरफ वो बच्चे हैं जो ऐसे कविताओं को पढ़ रहे हैं जिनको शायद मतलब भी उनको समझ में नहीं आ रहा हो। दूसरी तरफ ये 7 साल का बच्चा है जिसको पूरी क्लास के सामने 1 घंटे तक, उसके जो पिता हैं उन्होंने बताया, 1 घंटे तक बाकी मज़हब के हिंदू बच्चों ने जो है थप्पड़ मारा। वो सहमा सा है, उसके चेहरे पे वो खौफ, वो पेन, वो दिख रहा है। वो जब बड़ा होगा और अगले 20 सालों में हिंदुस्तान का डेमोग्राफिक डिविडेंड बताया जा रहा है कि हमारा सबसे यंग पॉपुलेशन होगा अगले 20-30 साल, शायद 30 साल तक रहेगा ये एडवांटेज। ये 2 किस्म के बच्चे जब बड़े होंगे, कैसा हिंदुस्तान बनाएंगे, कैसा डेमोग्राफिक डिविडेंड होगा? ਤੁਸੀਂ ਖੁਦ ਸੋਚ ਸਕਦੇ ਹੋ। ਆਈ ਮੀਨ ਇਟ ਇਜ਼ ਵੈਰੀ ਡਿਫਿਕਲਟ ਕਿ ਅਸੀਂ ਭਵਿੱਖ ਦੇ ਬਾਅਦ ਕੀ ਹੋਏਗਾ ਆਪਾਂ ਕੀ ਕਹਿ ਸਕਦੇ ਹਾਂ। ਬਟ ਦ ਆਊਟਲੁੱਕ ਇਜ਼ ਵੈਰੀ ਬਲੀਕ। ਬਹੁਤ ਹੀ ਜ਼ਿਆਦਾ ਇੱਕ ਮਤਲਬ ਕਹਿੰਦੇ ਕਹਿ ਲਓ ਕਿ ਇੱਕ ਡਾਰਕ ਪਿਕਚਰ ਜੀ ਲੱਗਦੀ ਹੈ ਜੀ। ਇਹ ਕੁਝ ਹੋਏਗਾ ਬੱਚਿਆਂ ਦੇ ਜ਼ਿਹਨ ਦੇ ਵਿੱਚ। ਬੱਚੇ ਦਾ ਵਿਕਾਸ ਕਿੱਥੇ ਹੈ, ਬੱਚੇ ਦੀ ਮੈਂਟੈਲਿਟੀ ਕੀ ਹੋਏਗੀ। ਫਿਰ ਆਪਾਂ ਕਹਿੰਦੇ ਵੀ ਕ੍ਰਿਮੀਨਲ ਕਿਵੇਂ ਬਣਦੇ ਨੇ ਬੱਚੇ, ਹੈ ਨਾ। ਇਹ ਤਾਂ ਚਲੋ ਛੋਟਾ ਬੱਚਾ ਹੈ, ਜੇ ਛੋਟਾ ਬੱਚਾ ਹੈ ਉਹਦੇ ਮਾਈਂਡ ਤੇ ਅਸਰ ਪਿਆ, ਲੇਕਿਨ ਉਹਨੇ ਭੁੱਲ ਜਾਣਾ ਇਹ ਚੀਜ਼, ਇਹ ਘਟਨਾ। ਥੋੜਾ ਜਿਹਾ ਵੱਡਾ ਹੋਏਗਾ, ਜੇ ਇਹ ਚੀਜ਼ ਕਿਸੇ ਟੀਨੇਜਰ ਨਾਲ ਹੋਏ, ਕੋਈ ਬੱਚਾ ਐਡਲਟ ਹੋਏ ਜਿਹਦੇ ਹੱਥ ਪੈਰ ਚੱਲਦੇ ਹੋਣ, ਹਥਿਆਰ ਚੁੱਕ ਸਕਦੇ ਹੋਣ, ਤਾਂ ਫਿਰ ਨਹੀਂ ਚੱਕੇਗਾ ਕਿਆ? ਫਿਰ ਤੁਸੀਂ ਕਿੱਥੋਂ ਕ੍ਰਾਈਮ ਨੂੰ ਹੈਂਡਲ ਕਰ ਲਓਗੇ? ਹਾਊ ਵਿਲ ਯੂ ਹੈਂਡਲ? ਆਪਾਂ ਰੋਜ਼ ਗੱਲਾਂ ਕਰ ਰਹੇ ਹੁੰਦੇ ਜੀ ਕ੍ਰਾਈਮ ਹੈ ਜੀ, ਕ੍ਰਾਈਮ ਕਿੱਥੋਂ ਪੈਦਾ ਹੁੰਦਾ? ਐਵੇਂ ਦੇ ਲੋਕ ਹੀ ਹੁੰਦਾ ਹੈ ਨਾ। ਸੋ ਇਹ ਤਾਂ ਦੇਖੋ ਗੱਲ ਇਹ ਹੈ ਕਿ ਤੁਸੀਂ ਇਨਸਾਨੀਅਤ ਦੇ ਨਾਤੇ ਇੱਕ ਸਰਕਾਰ ਦੀ ਭੂਮਿਕਾ ਬੜੀ ਇੰਪੋਰਟੈਂਟ ਹੈ, ਸਟੇਟ ਦਾ ਰੋਲ ਬੜਾ ਇੰਪੋਰਟੈਂਟ ਹੈ। ਸਾਡੀ ਸਟੇਟ ਐਬਡੀਕੇਟ ਕਰ ਰਹੀ ਹੈ ਆਪਣੀ ਰਿਸਪੌਂਸਿਬਿਲਿਟੀ ਨੂੰ, ਜਿਹਨੂੰ ਕਹਿੰਦੇ ਵੀ ਖਹਿੜਾ ਛੁਟਾ ਰਹੇ ਹੋ ਤੁਸੀਂ ਆਪਣੀ ਮੂਲ ਜਿਹੜੇ ਤੁਹਾਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਕੌਨਸਟੀਟਿਊਸ਼ਨ ਦੇ ਵਿੱਚ। ਹਾਲਾਂਕਿ ਵਨ ਕੈਨ ਸੇ ਕਿ ਆਪਾਂ ਮੇਬੀ ਥੋੜ੍ਹਾ ਜ਼ਿਆਦਾ ਓਵਰ ਰਿਐਕਟ ਕਰਦੇ ਪਏ ਹਾਂ, ਘਟਨਾ ਐਡੀ ਵੱਡੀ ਨਹੀਂ ਹੈ, ਲੇਕਿਨ ਘਟਨਾ ਤਾਂ ਕੋਈ ਵੀ ਵੱਡੀ ਨਹੀਂ ਹੁੰਦੀ, ਵੱਡੀ ਤੋਂ ਵੱਡੀ ਘਟਨਾ ਵੀ ਛੋਟੀ ਹੋ ਜਾਂਦੀ ਹੈ। ਠੀਕ ਹੈ ਨਾ। ਉਹ ਤਾਂ ਇਟ ਡਿਪੈਂਡਸ ਕਿ ਉਹਨੇ ਤੁਹਾਡੀ ਚੇਤਨਾ ਨੂੰ ਕਿੰਨਾ ਕੁ ਅੰਦਰੋਂ ਜਿਹਨੂੰ ਕਹਿ ਸਕਦੇ ਕਿ ਟੁੰਗਿਆ ਆ, ਉਹਨੂੰ ਉਸਨੂੰ ਕਿੰਨਾ ਕੁ ਤੁਹਾਨੂੰ ਵਿਚਲਿਤ ਕੀਤਾ। ਤੇ ਭਵਿੱਖ ਦੇ ਵਿੱਚ ਇਹ ਬੱਚਿਆਂ ਦਾ ਵਿਚਾਰਾਂ ਦਾ ਕੁਝ, ਇਹ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ। ਦੈਟ ਇਜ਼ ਦ ਪ੍ਰੋਬਲਮ। ਨਾ ਤਾਂ ਉਸ ਬੱਚੇ ਜਿਹਦੇ ਨਾਲ ਕੁਝ ਹੋ ਰਿਹਾ ਹੈ, ਨਾ ਹੀ ਉਹ ਬੱਚੇ ਜਿਹੜੇ ਮਾਰ ਰਹੇ ਨੇ, ਉਹ ਵਿਕਟਿਮਸ ਨੇ। ਉਹ ਤਾਂ ਬੇਸਿਕਲੀ ਜਿਵੇਂ ਤੁਸੀਂ ਪਹਾੜੇ ਦੇ ਬੱਚਿਆਂ ਨੂੰ ਕਹੋ ਵੀ ਤੁਸੀਂ ਕਰੋ, ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ? ਠੀਕ ਹੈ ਨਾ। ਠੀਕ ਹੈ, ਵਿਦ ਪੈਸੇਜ ਆਫ ਟਾਈਮ ਤੁਸੀਂ ਜ਼ਹਿਰ ਭਰ ਕੇ ਉਹਨਾਂ ਬੱਚਿਆਂ ਦੀ ਮਾਨਸਿਕਤਾ ਦੇ ਵਿੱਚ ਹੋਰ ਤੁਸੀਂ ਗੰਦ ਪਾਉਂਗੇ, ਦੈਟ ਇਜ਼ ਅੰਡਰਸਟੈਂਡੇਬਲ। ਲੇਕਿਨ ਉਹ ਤਾਂ ਦੇ ਆਰ ਅੰਡਰ ਕਮਾਂਡ।
ਉਹ ਤਾਂ ਉਹਨਾਂ ਨੂੰ ਤਾਂ ਕਿਹਾ ਜਾ ਰਿਹਾ ਹੈ, ਟੀਚਰ ਕਹਿ ਰਿਹਾ ਹੈ, ਅਧਿਆਪਕ ਕਹਿ ਰਿਹਾ, ਜੇ ਹੋਰ ਕੋਈ ਕਹਿ ਰਿਹਾ ਹੋਵੇ ਤਾਂ ਤੁਸੀਂ ਕਰ ਰਹੇ ਹੋ, ਸਮਝ ਆਉਂਦਾ, ਲੇਕਿਨ ਅਧਿਆਪਕ ਨੇ ਕਹਿਤਾ ਤੇ ਮਾਪਿਓ ਨੇ ਕਹਿਤਾ, ਫਿਰ ਤਾਂ ਗੱਲ ਹੋਈ ਹੈ। ਠੀਕ ਹੈ, ਤੇ ਉਹ ਹੁਣ ਕੀ ਹੋਏਗਾ ਕੀ ਨਹੀਂ ਹੋਏਗਾ ਇਹ ਤਾਂ ਭਵਿੱਖ 'ਚ ਹੈ, ਲੇਕਿਨ ਇਹ ਜ਼ਿਆਦਾਤਰ ਚੱਲਣਾ ਵੀ ਨਹੀਂ ਹੈਗਾ। ਐਟ ਦ ਸੇਮ ਪੁਆਇੰਟ ਇਨ ਟਾਈਮ ਜਿਹੜੀ ਤੁਸੀਂ ਗੱਲ ਕੀਤੀ ਨਾ, ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਇੱਕ ਰਿਐਕਸ਼ਨ ਵੀ ਹੈ। ਅਸੀਂ ਇਹ ਵੀ ਦੇਖਿਆ ਕਿ ਬਹੁਤ ਛੋਟੇ ਛੋਟੇ ਬੱਚਿਆਂ ਤੋਂ, ਜਿਵੇਂ ਆ ਤੁਸੀਂ ਕਿਹਾ ਕਿ ਕੁਝ ਭੜਕਾਊ ਜੀ ਗੱਲਾਂ ਬਾਤਾਂ ਕਵਿਤਾਵਾਂ ਕਰਵਾਈਆਂ ਜਾ ਰਹੀਆਂ ਨੇ, ਇਹ ਰਿਐਕਸ਼ਨ ਵੀ ਹੈ। ਤੁਹਾਨੂੰ ਯਾਦ ਹੋਏਗਾ ਅੱਜ ਤੋਂ ਜਦੋਂ ਇਲੈਕਸ਼ਨ ਆਉਂਦੇ ਨੇ ਤਾਂ ਕਈ ਛੋਟੇ ਛੋਟੇ ਬੱਚਿਆਂ ਤੋਂ ਨਾ ਕਈ ਵਾਰ ਨਰਿੰਦਰ ਮੋਦੀ ਦੇ ਖਿਲਾਫ ਬੁਲਵਾ ਲਿਆ ਜਾਂਦਾ ਹੈ, ਕਈ ਲੀਡਰਾਂ ਦੇ ਖਿਲਾਫ ਬੁਲਵਾਇਆ ਜਾਂਦਾ ਹੈ। ਬੱਚੇ ਬੋਲਦੇ ਨੇ ਤੇ ਬੜਾ ਚੰਗਾ ਬੋਲ ਜਾਂਦੇ ਨੇ ਤੇ ਵਾਇਰਲ ਹੋ ਜਾਂਦੇ ਵੀਡੀਓ। ਇਹ ਰਿਐਕਸ਼ਨ ਹੈ, ਉਹ ਦੂਸਰੀ ਫੌਜ ਤਿਆਰ ਕਰ ਰਹੀ ਹੈ। ਜਿਹਨੇ ਕਹਿੰਦੇ ਇੱਕ ਹੋਰ ਖੇਮਾ ਹੁੰਦਾ, ਕਹਿੰਦਾ ਵੀ ਜਦੋਂ ਉਹਨਾਂ ਦੇ ਨਿਆਣਿਆਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਆਪਾਂ ਮਾੜਾ ਚੰਗਾ ਬੋਲਦੇ ਹਾਂ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਤਿਆਰ ਕਰੋ, ਕਵਿਤਾਵਾਂ ਇਨਗ੍ਰੇਨ ਕਰੋ ਉਹਨਾਂ ਦੇ ਮਾਈਂਡ ਦੇ ਵਿੱਚ, ਉਹ ਸਾਰੇ ਦੀ ਸਾਰੀ ਚੀਜ਼ਾਂ ਨੂੰ ਭਰੋ, ਤੇ ਉਹ ਪੂਰੀ ਦੀ ਪੂਰੀ ਸਿਸਟਮ ਚੱਲ ਗਿਆ। ਲੇਕਿਨ ਇਹ ਹੈ ਤਾਂ ਤੁਸੀਂ ਕੁਝ ਨਹੀਂ ਪਾ ਰਹੇ ਹੋ, ਯੂਜ਼ਲੈਸ ਥਿੰਗਸ ਤੁਸੀਂ ਬੱਚਿਆਂ ਨੂੰ ਕਿਸੇ ਪਾਸੇ ਨਹੀਂ ਲਿਜਾ ਰਹੇ ਹੋ। ਦੇਖੋ ਇਹ ਬੱਚਿਆਂ ਨੇ ਵੱਡੇ ਹੋਣਾ, ਜਦੋਂ ਆਪਣੇ ਦਿਮਾਗ ਨਾਲ ਸੋਚਣਗੇ, ਥੋੜੀ ਜਿਹੀ ਵੀ ਅਕਲ ਹੋਏਗੀ ਬੱਚਿਆਂ ਦੇ ਵਿੱਚ, ਦੇ ਵਿਲ ਗੈਟ ਆਊਟ ਆਫ ਇਟ, ਐਂਡ ਮੈਜੋਰਿਟੀ ਇਹੀ ਹੁੰਦਾ ਹੈ। ਲੇਕਿਨ ਹਾਂ, ਇੱਕ ਵਲਨਰੇਬਲ ਸੈਕਸ਼ਨ ਹੁੰਦਾ ਹੈ ਜੋ ਕਿ ਬਾਅਦ ਦੇ ਵਿੱਚ ਉਹੀ ਜਿਹੜਾ ਤੁਸੀਂ ਪਿਛਲੇ ਆਪਣੇ ਸ਼ੋਅ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਉਹ ਜਿਹੜਾ ਮੋਨੂ ਮਨੇਸਰ ਤੇ ਬਜਰੰਗੀ ਬਿੱਟੂ ਬਜਰੰਗੀ ਇਹੋ ਜਿਹੇ ਵੀ ਪੈਦਾ ਹੋਣਗੇ। ਠੀਕ ਹੈ ਨਾ, ਹੋਰ ਵੀ ਇਕੱਲੇ ਹੀ ਨਹੀਂ ਹੈਗੇ, ਹੋਰਾਂ 'ਚ ਵੀ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਤਾਂ ਜੀ ਬਹੁਤ, ਇਹਨਾਂ ਨੂੰ ਤਾਂ ਦੇਖੋ ਸਰਕਾਰਾਂ ਉੱਥੋਂ ਦਾ ਜਿਹੜਾ ਆਪਣਾ ਲੋਕਲ ਲੈਵਲ ਤੇ ਡੀਲ ਹੋਣ ਵਾਲੀਆਂ ਪ੍ਰੋਬਲਮਸ ਨੇ, ਤੁਸੀਂ ਉੱਥੇ ਦੇ ਲੈਵਲ ਤੇ ਉੱਤੇ ਸੌਟ ਆਊਟ ਕਰ ਦਿਓ। ਚੰਗੇ, ਮੈਂ ਅੱਜ ਵੀ ਦੇਖਦਾ ਘਟਨਾਵਾਂ ਹੁੰਦੀਆਂ ਨੇ, ਕਈ ਥਾਂ ਤੇ ਹੁੰਦੀਆਂ ਨੇ, ਲੇਕਿਨ ਜਿਹੜੇ ਚੰਗੇ ਚੱਜ ਦੇ ਥੋੜੇ ਜਿਹੇ ਅਕਲਮੰਦ ਅਫਸਰ ਹੁੰਦੇ ਨੇ, ਉਹ ਚੀਜ਼ਾਂ ਨੂੰ ਹੈਂਡਲ ਉਸੇ ਵਕਤ ਕਰ ਲੈਂਦੇ ਨੇ। ਜੋ ਵੀ ਗੱਲਬਾਤ ਹੁੰਦੀ, ਠੀਕ ਹੈ, ਮੀਡੀਆ ਨੇ ਆਪਣਾ ਰੌਲਾ ਪਾਉਣਾ, ਮੀਡੀਆ ਮੇ ਬਲੋ ਇਟ ਆਊਟ ਆਫ ਪ੍ਰੋਪੋਰਸ਼ਨ, ਉਹ ਠੀਕ ਹੈ, ਤੁਸੀਂ ਮੀਡੀਆ ਨੂੰ ਕਰਨ ਦਿਓ ਜੋ ਕੰਮ ਕਰਨਾ, ਲੇਕਿਨ ਤੁਸੀਂ ਆਪਣੇ ਤਰਫ ਆਪਣੇ ਪੱਖੋਂ ਕਰੈਕਟਿਵ ਸਟੈਪ ਲਓ। ਅੱਜ ਕੀ ਆਪਾਂ ਕਹਿ ਸਕਦੇ ਹਾਂ ਕਿ ਇਸ ਟੀਚਰ ਦੇ ਖਿਲਾਫ ਕਾਰਵਾਈ ਹੋਈ ਹੈ? ਜੇ ਬਣਦੀ ਢੁਕਵੀਂ ਕਾਰਵਾਈ ਹੋਈ ਹੋਵੇ, ਦੈਨ ਵੀ ਡੋਂਟ ਨੀਡ ਟੂ ਡਿਸਕਸ ਇਟ। ਠੀਕ ਹੈ, ਕਿਸੇ ਦਾ ਤੁਹਾਨੂੰ ਟਵੀਟ ਵੀ ਬੰਦ ਨਾ ਕਰਨਾ ਪਏ ਜੇ ਵਾਕਈ ਉਹਦੇ ਵਿੱਚ ਨਫ਼ਰਤ ਫੈਲਾਉਣ ਦਾ ਕੰਮ ਗਾਂ ਤੋਂ ਗਾਂ ਕੀਤਾ ਜਾ ਰਿਹਾ, ਟੂ ਦ ਐਕਸਟੈਂਟ ਕਿ ਆਪਾਂ ਉਸ ਨੂੰ ਸਿਰਫ ਰੌਲਾ ਪਾਉਣ ਲਈ ਕਰੀ ਜਾ ਰਹੇ ਹਾਂ, ਕਿਉਂਕਿ ਕਾਰਵਾਈ ਨਹੀਂ ਹੋਈ। ਇਸ ਵਾਸਤੇ ਆਪਾਂ ਗੱਲ ਕਰਦੇ ਪਏ, ਉਹ ਸਾਹਿਬ ਨੇ ਗੱਲ ਕੀਤੀ, ਤੁਸੀਂ ਉਲਟਾ ਉਹਨਾਂ ਦੀ ਆਵਾਜ਼ ਬੋਲਤੀ ਬੰਦ ਕਰਨ ਦੀ ਕੋशिश कर रहे हो। बिल्कुल। मेरा आखिरी सवाल है यहाँ पे, गोदी मीडिया के लिए क्या मैसेज है इस इंसिडेंट के ज़रिए? क्या मैसेज जाता है कि ये अल्टीमेटली उन्हीं का किया कराया है कि 24/7 आप एक मैसेजिंग जब आप उसको पुश करते हैं, आपके घर में आपके माँ बाप, चाचा मामा सारे यही चीज़ें देख रहे हैं, वही बातें घर के डिनर टेबल पे भी हो रही है, बच्चा वही देख रहा है, वही सुन रहा है, और स्कूल में जाके जो है वो हकीकत वो अंजाम दे रहा है। तो ਗੋਦੀ ਮੀਡੀਆ ਦੀ ਹਾਲਤ ਉਹ ਦੂਸਰੇ ਬੱਚਿਆਂ ਵਾਂਗ ਹੈ ਜਿਹੜੇ ਇਸ, ਮੈਂ ਨਹੀਂ ਕਹਾਂਗਾ ਵੀ ਕਿਹੜਾ ਧਰਮ ਦੇ ਬੱਚੇ ਸੀ, ਹੈ ਨਾ, ਆਪਾਂ ਲੈਟਸ ਨਾਟ ਆਇਡੈਂਟੀਫਾਈ ਦ ਕਿਡਸ ਬਾਈ देयर ਰਿਲੀਜਨ, ਲੇਕਿਨ ਜਿਹੜੇ ਬੱਚੇ ਥੱਪੜ ਮਾਰ ਰਹੇ ਨੇ ਨਾ, ਗੋਦੀ ਮੀਡੀਆ ਦੀ ਹਾਲਤ ਉਹ ਹੈ। ਉਹਨਾਂ ਨੂੰ ਕੋਈ ਕਹਿ ਰਿਹਾ ਵੀ ਜਾ ਕੇ ਆ ਕਰੋ, ਉਹਨਾਂ ਦਾ ਆਪਣਾ ਕੋਈ ਵਿਵੇਕ ਨਹੀਂ, ਆਪਣੀ ਕੋਈ ਸੋਚ ਨਹੀਂ, ਦੇ ਆਰ ਔਨ ਦ ਪੇਰੋਲ, ਸਰਕਾਰਾਂ ਉੱਤੇ ਨਿਰਭਰ ਨੇ, ਮਜਬੂਰ ਨੇ, ਲਾਚਾਰ ਨੇ, ਠੀਕ ਹੈ ਨਾ, ਬਿਮਾਰ ਵੀ ਨੇ, ਸਭ ਕੁਝ ਹੀ ਹੈ, ਲਾਚਾਰ, ਬਿਮਾਰ। ਸੋ ਇਸ ਵਾਸਤੇ ਗੋਦੀ ਮੀਡੀਆ ਲਈ ਤਾਂ ਕੀ ਕਹਿਣਾ, ਉਹ ਜਿਹੜੇ ਜਿਨ੍ਹਾਂ ਦਾ ਆਪਣਾ ਕੰਟਰੋਲ ਹੀ ਕਿਸੇ ਚੀਜ਼ ਤੇ ਨਹੀਂ ਹੈ, ਜਿਹੜੇ ਕਿ ਤਨਖਾਹਾਂ ਦੇ ਉੱਤੇ, ਪਹਾੜਿਆਂ ਦੇ ਉੱਤੇ ਕੰਮ ਕਰ ਰਹੇ ਨੇ, ਉਹਨਾਂ ਦੀ ਆਪਣਾ ਕੋਈ ਵਿਵੇਕ ਨਹੀਂ, ਆਪਣਾ ਕੋਈ ਮੋਰਾਲਿਟੀ ਨਹੀਂ, ਆਪਣੇ ਕੋਈ ਐਥਿਕਸ ਨਹੀਂ, ਆਪਣੀ ਕੋਈ ਕਨਵਿਕਸ਼ਨ ਨਹੀਂ, ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਨਹੀਂ, ਤਾਕਤ ਨਹੀਂ, ਫਿਰ ਉਹ ਮੀਡੀਆ ਦੇ ਬਾਰੇ ਆਪਾਂ ਕੀ ਗੱਲ ਕਰੀਏ? ਉਹਨਾਂ ਨੇ ਤਾਂ ਖੈਰ ਉਹਨਾਂ ਦਾ ਲੈਵਲ ਉਹੀ ਹੈ। ਹਾਂ, ਜਿੰਨਾ ਕੁ ਨੁਕਸਾਨ ਉਹ ਪਹੁੰਚਾ ਰਹੇ ਨੇ, ਉਹ ਇੱਕ ਵੀ ਸ਼ੁੱਡ ਬੀ ਕੰਸਰਨਡ ਅਬਾਊਟ ਜੋ ਕੁਝ ਕਰ, ਜਿਹੜੇ ਲੋਕ ਉਹਨਾਂ ਨੂੰ ਦੇਖ ਰਹੇ ਨੇ, ਉਹਨਾਂ ਤੋਂ ਪ੍ਰਭਾਵਿਤ ਹੋ ਰਹੇ ਨੇ, ਉਹਨਾਂ ਦੀ ਗੱਲਾਂ ਨੂੰ ਕਿਤੇ ਨਾ ਕਿਤੇ ਸੱਚ ਵੀ ਮੰਨ ਰਹੇ ਨੇ। ਸਾਡੀ ਚਿੰਤਾ ਉਹਨਾਂ ਲੋਕਾਂ ਦੀ ਵੀ ਇਹ ਵਿਚਾਰਿਆਂ ਦਾ ਕੀ ਹੋ ਰਿਹਾ। ਵੀ ਆਰ ਸੌਰੀ ਫॉर them, not for the गोदी मीडिया, बिकॉज दे आर, उनकी किस्मत है, उनकी तकदीर है। मैं एक चीज़ और पूछना चाहता था, मैं पहले पूछना चाह रहा था लेकिन मेरे दिमाग से ये बात उतर गई कि जब ये वीडियो आया, बहुत से लोग बोल रहे थे कि भाई दलितों के बच्चों के साथ तो ये बहुत टाइम से हो रहा है, स्कूलों में इस तरह से जो उनको ह्यूमिलिएट करना, तो इसमें नया नहीं है, और क्योंकि ये जो टीचर हैं ये अपर कास्ट से बिलोंग करती है, इसलिए भी उनके खिलाफ एक्शन नहीं हो रहा है, और एक किस्म का जो है एक मेंटालिटी हो गई है कि भैया हाँ हमने कर दिया, क्या बहुत बड़ी बात थी, तो पहले भी हुआ है। इस टाइप का एक, आपको नहीं लगता है कि थोड़ा जो है इस क्राइम को ट्रिविलाइज किया जाता है कि भाई चलो ये पहले से होता आ रहा है, ज़रूरी नहीं कि आगे भी होना चाहिए, अगर दलितों के बच्चों के साथ, जो कि बिल्कुल हुआ है और ऐसे हमने बहुत से केसेस देखे हैं, वो बंद होने चाहिए, लेकिन इस बार थोड़ा सा अलग हो गया है। इस बार अब धर्म पे बात आ गई है, सिर्फ जात पे नहीं रहा है। ਗੱਲ ਤਾਂ ਉਹੀ ਹੈ ਜੀ, ਤੇ ਧਰਮ ਹੋਵੇ ਚਾਹੇ ਜ਼ਾਤ ਹੋਵੇ, ਗੱਲਾਂ ਬਾਤਾਂ ਤਾਂ ਉਹੀ ਹੈ, ਵੀ ਤੁਸੀਂ ਸੋਚ ਤਾਂ ਉਹੀ ਹੈ। ਬਾਕੀ ਜਿੱਥੇ ਤੱਕ ਦਲਿਤਾਂ ਦੀ ਗੱਲ ਹੈ, ਦਲਿਤਾਂ ਦੇ ਖਿਲਾਫ ਵੀ ਬਹੁਤ ਕੁਝ ਪਹਿਲਾਂ ਵੀ ਹੁੰਦਾ ਰਿਹਾ, ਅੱਜ ਵੀ ਹੋ ਰਿਹਾ, ਲੇਕਿਨ ਕਾਨੂੰਨ ਬੜੇ ਸਖਤ ਨੇ।
ਐਂਡ ਸੈਕੰਡਲੀ ਦਲਿਤ ਜਿਹੜਾ ਕਮਿਊਨਿਟੀ ਹੈ ਕੰਸੋਲੀਡੇਟਡ ਹੈ। ਅੱਜ ਤੁਸੀਂ ਕੋਈ ਦਲਿਤ ਦੀ ਕੋਈ ਦੇ ਖਿਲਾਫ ਕੋਈ ਘਟਨਾ ਹੋਵੇ ਕਿਤੇ ਤੇ ਨੋਟਿਸ ਦੇ ਵਿੱਚ ਆਵੇ ਜਿਵੇਂ ਇਹ ਆਈ, ਯੂ ਵਿਲ ਸੀ ਅ ਵੈਰੀ ਡਿਫਰੈਂਟ ਕਾਈਂਡ ਆਫ ਕੰਸੋਲੀਡੇਸ਼ਨ ਐਂਡ ਮੋਬਿਲਾਈਜੇਸ਼ਨ, ਜੋ ਕਿ ਇੱਥੇ ਨਹੀਂ ਹੋ ਰਹੀ ਹੈ। ਹੁਣ ਇਹ ਇੱਕ ਵੱਖਰਾ ਡਾਇਮੈਂਸ਼ਨ ਤੇ ਲੈ ਜਾਂਦਾ ਇਸ ਪੂਰੀ ਦੀ ਪੂਰੀ ਸਥਿਤੀ ਨੂੰ, ਕਿਉਂਕਿ ਮੁਸਲਿਮ ਲੀਡਰਸ਼ਿਪ ਦੇਸ਼ ਦੇ ਵਿੱਚ ਕਮਜ਼ੋਰ ਹੈ। ਮੈਂ ਕਹਾਂਗਾ ਮਤਲਬ ਅੱਜ ਕਮਿਊਨਿਟੀ, ਕਿਉਂਕਿ ਆਪਣੀ ਕਮਿਊਨਿਟੀ ਲਈ ਲੜਨਾ ਪੈਂਦਾ ਨਾ। ਜੇ ਆਪਾਂ ਦਲਿਤ ਦੀ ਗੱਲ ਕਰਦੇ, ਦਲਿਤਾਂ ਲਈ ਇੰਨੇ ਸਮਾਜ ਹੈਗੇ ਨੇ ਖੜੇ, ਇੰਨੇ ਜਥੇਬੰਦੀਆਂ ਖੜੀਆਂ ਨੇ, ਉਹ ਆ ਕੇ ਖੜੇ ਹੋ ਜਾਂਦੇ ਨੇ। ਅੱਜ ਸੌਖਾ ਨਹੀਂ ਹੈ ਕਿ ਕੋਈ ਦਲਿਤ ਦੇ ਨਾਲ ਕੋਈ ਵਧੀਕੀ ਹੋ ਜਾਵੇ ਤੇ ਉਹ ਚੀਜ਼ ਚਰਚਾ ਦੇ ਵਿੱਚ ਨਾ ਆਏ, ਠੀਕ ਹੈ। ਉਹਦੇ ਖਿਲਾਫ ਪੂਰਾ ਦਾ ਪੂਰਾ ਰੌਲਾ ਪੈਂਦਾ ਹੈ, ਉਹਦੇ ਖਿਲਾਫ ਸਜ਼ਾਵਾਂ ਸਖਤ ਨੇ, ਕਾਨੂੰਨ ਸਖਤ ਹੈ। ਤੁਸੀਂ ਦੇਖੋ ਮਤਲਬ ਕੋਈ ਬਹੁਤ ਸੇ ਅਜਿਹੇ ਕੇਸ ਉਲਟਾ ਅਬਿਊਜ਼ ਸ਼ੁਰੂ ਹੋ ਗਿਆ। ਕੋਈ ਕਿਸੇ ਨੂੰ ਕਹਿ ਦਿੰਦਾ ਜੀ ਕਿ ਮੈਨੂੰ ਇਸਨੇ ਜਾਤੀ ਸੂਚਕ ਸ਼ਬਦ ਹੋਏ ਤੇ ਇਹਦੇ ਖਿਲਾਫ ਕੇਸ, ਕਈ ਵਾਰ ਬਹੁਤ ਸੇ ਕੇਸਾਂ ਦੇ ਝੂਠੇ ਕੇਸ ਰਜਿਸਟਰ ਹੋਣੇ ਸ਼ੁਰੂ ਹੋ ਗਏ, ਹਾਲਾਂਕਿ ਜੈਨੂਇਨ ਉਹਦੀ ਲੋੜ ਵੀ ਸੀ ਉਸ ਕਾਨੂੰਨ ਦੀ ਤੇ ਉਹਦਾ ਫਾਇਦਾ ਵੀ ਬੜਾ ਹੋਇਆ ਹੈ। ਸੋ ਇੱਥੇ ਇਹ ਹੈ ਵੀ ਕਮਿਊਨਿਟੀ ਤੇ ਵੀ ਫਰਕ ਹੈ। ਇਤਫਾਕ ਦੇ ਨਾਲ ਮੈਂ ਦੇਖ ਰਿਹਾ ਸੀ ਇੱਕ ਦੋ ਪੱਤਰਕਾਰਾਂ ਨੇ ਜਾਂ ਜਿਹੜੇ ਇਨਫਲੂਐਂਸਰਸ ਹੁੰਦੇ ਨੇ, ਉਹਨਾਂ ਨੇ ਮਤਲਬ ਕਿਹਾ ਕਿ ਆਹ ਦੇਖੋ ਜੀ ਇਹ ਬੱਚੇ ਦੇ ਨਾਲ ਆਹ ਹੋਇਆ ਹੈ, ਤੇ ਉਹਨਾਂ ਨੇ ਟੈਗ ਕੀਤਾ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ, ਕਾਂਗਰਸ ਨੂੰ। ਮੈਂ ਕਿਹਾ ਵੀ ਜੇ ਕਿਸੇ ਸਮੁਦਾਇ ਵਿਸ਼ੇਸ਼ ਦੇ ਨਾਲ ਕੋਈ ਧੱਕਾ ਹੁੰਦਾ ਹੈ ਤੇ ਕੀ ਤੁਸੀਂ ਕਿਸੇ ਪੋਲੀਟੀਕਲ ਲੀਡਰਸ ਨੂੰ ਟੈਗ ਕਰੋਗੇ ਵੀ ਤੁਸੀਂ ਸਾਨੂੰ ਬਚਾਓ? ਉਹ ਤਾਂ ਖੁਦ ਆਪਣੀ ਵਜੂਦ ਦੀ ਲੜਾਈ ਲੜ ਰਹੇ ਨੇ, ਗਾਂਧੀ ਪਰਿਵਾਰ। ਸੌਰੀ ਟੂ ਸੇ, ਬਟ ਉਹਨਾਂ ਦੀ ਤਾਂ ਹਾਲਤ ਐਡੀ ਪਤਲੀ ਹੈ ਕਿ ਉਹਨਾਂ ਨੂੰ ਆਪਣੀ ਜਥੇਬੰਦੀਆਂ ਨਹੀਂ ਸਾਂਭੀਆਂ ਜਾ ਰਹੀਆਂ, ਉਹਨਾਂ ਦਾ ਆਪਣਾ ਵਜੂਦ ਇਸ ਵਕਤ ਖਤਰੇ ਦੇ ਵਿੱਚ ਆਇਆ ਹੋਇਆ ਹੈ। ਸੋ ਤੁਸੀਂ ਲੇਕਿਨ ਐਕਸਪੈਕਟੇਸ਼ਨ ਹੈ ਵੀ ਤੁਸੀਂ ਬਚਾਓ, ਵਿਚ ਮੀਨਸ ਵਾਟ, ਵਿਚ ਮੀਨਸ ਕਿ ਕਮਿਊਨਿਟੀ ਦੀ ਲੀਡਰਸ਼ਿਪ ਨਹੀਂ ਹੈ। ਹੁਣ ਸੇਮ ਚੀਜ਼ ਆਪਾਂ ਜੇ ਹੋਰ ਕਮਿਊਨਿਟੀਜ਼ ਦੇ ਵਿੱਚ ਗੱਲ ਕਰੀਏ ਤਾਂ ਸਭ ਦੀ ਇੱਕ ਲੀਡਰਸ਼ਿਪ ਹੈ। ਅੱਜ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਕਿਸੇ ਸਾਡੇ ਸਿੱਖ ਭਾਈਚਾਰੇ ਦੇ ਵਿਅਕਤੀ ਦੇ ਨਾਲ ਕਿਤੇ ਵੀ ਕੋਈ ਧੱਕਾ ਹੋ ਜਾਂਦਾ ਹੈ ਨਾ, ਅਮਰੀਕਾ 'ਚ ਹੋ ਜਾਵੇ, ਮਿਜ਼ੋਰਮ 'ਚ ਹੋ ਜਾਵੇ, ਬੰਗਾਲ 'ਚ ਹੋ ਜਾਵੇ, ਇੰਸਟੈਂਟਲੀ ਸਿੱਖ ਲੀਡਰਸ਼ਿਪ ਆ ਜਾਂਦੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਬਿਆਨ ਦਿੰਦੇ ਨੇ, SGPC ਆ ਜਾਂਦਾ, ਅਕਾਲੀ ਦਲ ਪਹੁੰਚ ਜਾਂਦਾ। ਦੇਰ ਇਜ਼ ਅ ਕਮਿਊਨਿਟੀ ਬਾਈਂਡ ਵਿਚ ਇਜ਼ ਨਾਟ ਦੇयर ਇਨ ਅਮੰਗ ਦ ਇੰਡੀਅਨ ਮੁਸਲਿਮਸ। ਮੈਂ ਇਹ ਚੀਜ਼ ਆਪਾਂ ਚਾਹੁੰਦੇ ਨਹੀਂ ਸੀ ਕਿ ਇਸ ਕੰਟੈਕਸਟ ਦੇ ਵਿੱਚ ਗੱਲ ਕਰੀਏ, ਬਟ ਇਹ ਫੈਕਟ ਹੈ। ਸੋ ਇਹੀ ਕਾਰਨ ਹੈ ਜੇ ਚੀਜ਼ਾਂ ਕੰਬਾਈਨਡ ਹੋਣ, ਕਮਿਊਨਿਟੀ ਇਕੱਠੀ ਹੋਵੇ, ਤੇ ਕਮਿਊਨਿਟੀ ਇਕੱਠੀ ਹੋਣ ਦਾ ਮਤਲਬ ਇਹ ਨਹੀਂ ਤੁਸੀਂ ਸੜਕਾਂ ਤੇ ਆ ਜਾਓ, ਪਰ ਤੁਹਾਡੀ ਲੀਡਰਸ਼ਿਪ ਸ਼ੁੱਡ ਬੀ ਪਾਵਰਫੁਲ, ਸ਼ੁੱਡ ਬੀ ਕੰਸੋਲੀਡੇਟਡ, ਸ਼ੁੱਡ ਬੀ ਇਨ ਅ ਪੋਜੀਸ਼ਨ ਕਿ ਤੁਸੀਂ ਸਰਕਾਰ ਦੀ ਅੱਖ ਚੱਖ ਪਾ ਕੇ, ਸਟੇਟ ਦੀ ਅੱਖ ਚੱਖ ਪਾ ਕੇ ਸਵਾਲ ਜਵਾਬ ਕਰੋ ਤੇ ਆਪਣੇ ਨਾਲ ਹੋਈ ਵਧੀਕੀ ਤੇ ਧੱਕੇ ਦਾ ਇਨਸਾਫ ਦਿਵਾਓ। ਇਹ ਬੜੀ ਦੇਖੋ, ਮੁਸਲਮਾਨਾਂ ਦੇ ਜਿਹੜੀ ਸਾਡੀ ਆਬਾਦੀ ਹੈ ਭਾਰਤ ਦੇ ਵਿੱਚ, ਸਿੱਖਾਂ ਤੋਂ ਤਾਂ ਵੱਧ ਨਹੀਂ ਹੈ ਜਾਂ ਹੋਰ ਧਰਮਾਂ ਤੋਂ ਵੱਧ ਨਹੀਂ ਹੈ, ਲੇਕਿਨ ਮਤਲਬ ਸਿੱਖਾਂ ਤੋਂ ਤਾਂ ਆਬਾਦੀ ਹੈ, ਸੌਰੀ ਟੂ ਸੇ, ਮਤਲਬ ਦੂਸਰੇ ਤਰੀਕੇ ਨਾਲ ਕਿਹਾ ਗਿਆ। ਸੋ ਜਿਹੜੀ ਆਬਾਦੀ ਹੈ ਉਹ ਨਿਊਮੈਰੀਕਲੀ ਬਹੁਤ ਜ਼ਿਆਦਾ ਹੈ, ਲੇਕਿਨ ਉਹਨਾਂ ਦੀ ਆਵਾਜ਼ ਉੱਡੀ ਨਹੀਂ ਹੈ। ਹੁਣ ਇਹ ਕਿਉਂ ਹੈ, ਕੀ ਹੈ, ਇਹਦਾ ਇੱਕ ਐਨਾਲਿਸਿਸ ਬੜਾ ਇੰਪੋਰਟੈਂਟ ਹੈ ਸਮਝਣਾ, ਵੀ ਤੁਹਾਡੀ ਲੀਡਰਸ਼ਿਪ ਤੇ ਕਮਿਊਨਿਟੀ ਦੀ ਲੀਡਰਸ਼ਿਪ। ਜੇ ਤੁਸੀਂ ਇਸ ਨੂੰ ਐਸੇ ਕਮਿਊਨਲ ਪੁਆਇੰਟ ਆਫ ਵਿਊ ਨਾਲ ਲੈ ਰਹੇ ਹੋ, ਮੈਂ ਤਾਂ ਇਸ ਨੂੰ ਕਮਿਊਨਲ ਪੁਆਇੰਟ ਆਫ ਵਿਊ ਨਾਲ ਨਹੀਂ ਲਾਂਗਾ, ਮੈਂ ਇਸ ਨੂੰ ਇੱਕ ਹਿਊਮੈਨਿਟੇਰੀਅਨ ਪੁਆਇੰਟ ਆਫ ਵਿਊ ਨਾਲ ਲਾਂਗਾ। ਮੇਰੇ ਲਈ ਉਹ ਬੱਚੇ ਦੇ ਨਾਲ ਜੋ ਕੁਝ ਹੋਇਆ ਉਹ ਐਜ਼ ਗੁੱਡ ਐਜ਼ ਵਿਦ ਐਨੀ ਕਿਡ, ਠੀਕ ਹੈ ਨਾ। ਮੈਂ ਤਾਂ ਉਸਨੂੰ ਇੱਕ ਸਟ੍ਰੇਟ ਅਵੇ ਇਹ ਕੰਮ ਸਟੇਟ ਦਾ ਹੈ, ਲੇਕਿਨ ਜਦੋਂ ਗੱਲ ਨੌਬਤ ਇੱਥੇ ਪਹੁੰਚ ਚੁੱਕੀ ਹੈ ਤਾਂ ਫਿਰ ਕਮਿਊਨਿਟੀ ਦਾ ਰਿਪਰੈਜ਼ੈਂਟੇਸ਼ਨ, ਕਮਿਊਨਿਟੀ ਦਾ ਰੋਲ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉੱਥੇ ਤੁਹਾਡੇ ਜਿਹੜੇ ਪ੍ਰੈਸ਼ਰ ਗਰੁੱਪਸ ਨੇ, ਤੁਹਾਡੇ ਜਿਹੜੇ ਨੁਮਾਇੰਦਾ ਜਮਾਤਾਂ ਹੈਗੀਆਂ ਨੇ, ਉਹਨਾਂ ਦੀ ਕੀ ਭੂਮਿਕਾ ਹੈ, ਕੀ ਉਹ ਅੱਜ ਇਸ ਚੀਜ਼ ਦੇ ਲਈ ਆਵਾਜ਼ ਚੁੱਕਣ ਲਈ ਸਮਰੱਥ ਨੇ? ਜੇ ਉਹ ਨਹੀਂ ਚੁੱਕ ਰਹੀਆਂ ਜਾਂ ਉਹਨਾਂ ਨੂੰ ਕੁਝ ਆਵਾਜ਼ ਚੁੱਕਣ ਨਹੀਂ ਦੇ ਰਿਹਾ, ਕੀ ਕਾਰਨ ਉਹਦੇ ਹੈਗੇ ਨੇ? ਸੋ ਵੀ ਹੈਵ ਟੂ ਅੰਡਰਸਟੈਂਡ ਟੂ ਗੈਟ ਟੂ ਦ ਬਾਟਮ ਆਫ ਇਟ। ਇਹ ਸੇਮ ਚੀਜ਼ ਕਿਤੇ ਹੋਰ ਹੋਈ ਹੁੰਦੀ, ਐਂਡ ਇਟਸ ਅ ਵੈਰੀ ਇੰਪੋਰਟੈਂਟ ਪੁਆਇੰਟ ਟੂ ਆਬਜ਼ਰਵ। ਤੁਸੀਂ ਆਬਜ਼ਰਵ ਕਰਿਓ ਕਿ ਨਾਲ ਦੇ ਨਾਲ ਨਾ ਸਿਰਫ ਰੌਲਾ ਪੈਂਦਾ ਹੈ, ਨਾ ਇਤਰਾਜ਼ ਉੱਠਦੇ ਨੇ, ਬਲਕਿ ਚੀਜ਼ਾਂ ਕਰੈਕਟ ਵੀ ਹੋ ਜਾਂਦੀਆਂ ਨੇ, ਐਂਡ ਵੈਰੀ ਸਮਾਲ ਕਮਿਊਨਿਟੀਜ਼। ਲੇਕਿਨ ਇਹ ਮੁਸਲਿਮ ਭਾਈਚਾਰੇ ਦੇ ਨਾਲ ਨਹੀਂ ਹੋ ਪਾ ਰਿਹਾ। ਦੈਟ ਇਜ਼ ਸਲਾਈਟਲੀ मतलब डिफिकल्ट टू अंडरस्टैंड फॉर मी। थोड़ा समझने ਦੇ ਵਿੱਚ ਮੈਨੂੰ थोड़ी जी दिक्कत हो रही है क्यों नहीं हो पा रहा। हालांकि मैं 2 बार पहले कह चुका हूं कि मेरा आखिरी सवाल होगा, लेकिन आपकी बात से जहन में एक और सवाल आया है, तो मैं उम्मीद कर रहा हूँ यही आखिरी सवाल होगा। आपने मुसलमानों के लीडरशिप का जिक्र किया। पार्टीशन के बाद मुसलमानों ने जो रुक गए हिंदुस्तान में, इंडियन मुस्लिम्स, उन्होंने अपनी क़यादत हिंदुओं के हाथों में ही दी कि जो पार्टीज़ रहे हैं, कांग्रेस, बाद में जो है समाजवादी पार्टी और बाकी जो हैं कास्ट पार्टीज़ भी हैं, इनको भी जो है आरजेडी का जैसे बहुत बड़ा एक मुस्लिम्स का सपोर्ट रहा है बिहार में, जैसे ही समाजवादी पार्टी का, बहुजन समाज पार्टी का, बिल्कुल है ना, ये सारे कास्ट पार्टीज, हाँ कास्ट पार्टीज हैं, लेकिन मुसलमानों का सपोर्ट इनके तरफ भी रहा है, क्योंकि मुसलमानों ने पोस्ट पार्टीशन पीरियड में लीडरशिप उन्हीं के हाथों में सौंप दी, हिंदुओं के हाथों में ही। अगर अब हम ये बात कर रहे हैं, और मैंने देखा कि सोशल मीडिया पे बहुत सारे मुसलमान भी, यहाँ तक के कांग्रेस के साथ जुड़े हुए लोगों ने भी ये बात कही है
कि हमारी तादाद जो है 200 मिलियन है, 20 करोड़ की आबादी है, उसमें से अगर 10% भी इकट्ठे हो जाए, हम अपना लीडरशिप तैयार करें एक, तो फ़र्क पड़ सकता है। लेकिन क्या ये ख़तरे वाली बात भी है? अगर मुसलमानों को लग रहा है कि हिंदुओं में अब वो बात नहीं रही कि वो हमारी रिप्रेजेंटेशन वो कर सके, कम से कम हिंदू डोमिनेटेड पार्टीज़ में उनको अपना पार्टी चाहिए, तो क्या ये अच्छी बात है एक, या फिर ये हमारे लिए और भी प्रॉब्लम्स फ्यूचर में खड़े हो ਇਹ सकते ਗੱਲ हैं? ਸਿਰਫ ਮੁਸਲਮਾਨਾਂ ਦੇ ਕੰਟੈਕਸਟ 'ਚ ਕਿਉਂ ਖਤਰਨਾਕ ਹੋ ਸਕਦੀ ਹੈ? ਇਹ ਸੇਮ ਚੀਜ਼ ਹੋਰ ਧਰਮਾਂ ਜਾਂ ਫਿਰਕਿਆਂ ਦੇ ਕੰਟੈਕਸਟ ਵੀ ਵਿੱਚ ਵੀ ਖਤਰਨਾਕ ਹੈ, ਡੇਂਜਰਸ ਹੈ। ਜੋ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਠੀਕ, ਰੈਲੇਵੈਂਟ ਪੁਆਇੰਟ ਹੈ। ਐਂਡ ਈਵਨ ਆਈ ਵਾਜ਼, ਜਦੋਂ ਮੈਂ ਗੱਲ ਕਰਦਾ ਪਿਆ ਸੀ ਮੈਂ ਵੀ ਅਸੀਂ ਸੋਚ ਰਿਹਾ ਸੀ ਕਿ ਮੈਂ ਕੀ ਗੱਲ ਕਹਿ ਰਿਹਾ, ਉਹ ਇਟਸ ਜਸਟ ਇਮਰਜਿੰਗ ਆਊਟ ਆਫ ਮੀ, ਸੋ ਮੈਂ ਗੱਲ ਕੀਤੀ। ਬਟ ਦੇਖੋ, ਕਾਂਗਰਸ ਨੇ ਮਾਈਨੋਰਿਟੀ ਦੀ ਪੋਲਿਟਿਕਸ ਕੀਤੀ, ਇਹਨੇ ਨੇ ਸਾਲਟ ਕੀਤੀ, ਐਂਡ ਆਪਣੇ ਆਪ ਨੂੰ ਮਾਈਨੋਰਿਟੀਜ਼ ਦੇ ਨਾਲ ਆਇਡੈਂਟੀਫਾਈ ਕੀਤਾ, ਸਪੇਸ ਖੁੱਲੀ ਛੱਡਤੀ, ਬੀਜੇਪੀ ਆ ਗਈ, ਬੀਜੇਪੀ ਮੈਜੋਰਿਟੀ ਦੀ ਪੋਲਿਟਿਕਸ ਕਰ ਰਹੀ ਹੈ। ਸੋ ਇਟਸ ਮਾਈਨੋਰਿਟੀ ਦੀ ਪੋਲਿਟਿਕਸ ਦੇ ਵਿੱਚ ਕਾਂਗਰਸ ਨੂੰ ਨੁਕਸਾਨ ਹੋਇਆ, ਮੈਜੋਰਿਟੀ ਪੋਲਿਟਿਕਸ ਨੂੰ ਉਹਨਾਂ ਨੇ ਕਦੇ ਤਰਜੀਹ ਉਸ ਲੈਵਲ ਤੇ ਦਿੱਤੀ ਨਹੀਂ, ਤੇ ਅੱਜ ਸਥਿਤੀ ਤੁਹਾਡੇ ਸਾਹਮਣੇ ਹੈ। ਮਾਰਜਨਲਾਈਜ਼ ਨਹੀਂ, ਬਲਕਿ ਹੋ ਸਕਦਾ ਹੈ ਕਿ ਪਾਰਟੀ ਦਾ ਕੀ ਹੋਏਗਾ ਅਗਲੇ ਇਲੈਕਸ਼ਨ 'ਚ ਮੈਨੂੰ ਨਹੀਂ ਪਤਾ, ਡਿਸਪਾਈਟ ਦਾ ਆਲ ਦੈਟ ਹੋ ਹੱਲਾ। ਆਪਾਂ ਪਿਛਲੇ 2 ਇਲੈਕਸ਼ਨ ਦੇਖ ਹੀ ਲਏ ਨੇ, ਤੀਸਰੇ ਇਲੈਕਸ਼ਨ 'ਚ ਵੀ ਕੋਈ ਸਬਸਟੈਂਸ਼ੀਅਲ ਪਰਿਵਰਤਨ ਨਹੀਂ, ਕੋਈ ਸਟ੍ਰੈਟਜੀ 'ਚ ਪਰਿਵਰਤਨ ਨਹੀਂ, ਕੋਈ ਲੀਡਰਸ਼ਿਪ 'ਚ ਬਦਲਾਅ ਨਹੀਂ। ਸੋ ਕਾਂਗਰਸ ਕਿੰਨੀ ਕੁ ਦੇਰ ਤੱਕ ਜਿਸ ਜਮਾਤ ਉੱਤੇ ਜਾਂ ਜਿਹੜੀ ਪੋਲੀਟੀਕਲ ਪਾਰਟੀ ਉੱਤੇ ਤੁਸੀਂ ਸਾਰੀ ਦੀ ਸਾਰੀ ਉਮੀਦਾਂ ਟਿਕਾਏ ਬੈਠੇ ਹੋ, ਜੇ ਤੁਸੀਂ ਜੋ ਤੁਸੀਂ ਗੱਲ ਕਹਿ ਰਹੇ ਹੋ ਕਿ ਸਭ ਕੁਝ ਮਤਲਬ ਆਪਾਂ ਕਾਂਗਰਸ ਤੋਂ ਐਕਸਪੈਕਟਡ ਹੈ ਜਾਂ ਹੋਰ ਪਾਰਟੀਆਂ ਤੋਂ ਐਕਸਪੈਕਟਡ ਹੈ, ਮੁੱਦਾ ਇਹ ਨਹੀਂ, ਮੁੱਦਾ ਪੋਲੀਟੀਕਲ ਆਪਣੀ ਜਿਹਨੂੰ ਕਹਿੰਦੇ ਪੋਲੀਟੀਕਲ ਤੁਹਾਡੀ ਮਾਈ ਬਾਪ ਕੌਣ ਹੈ, ਇਹ ਨਹੀਂ ਹੈ। ਪੋਲੀਟੀਕਲ ਮਾਈ ਬਾਪ ਤਾਂ ਕਿਸੇ ਨੂੰ ਵੀ ਬਣਾਇਆ ਜਾ ਸਕਦਾ, ਛੱਡਿਆ ਵੀ ਜਾ ਸਕਦਾ ਹੈ। ਮੁੱਦਾ ਇਹ ਹੈ ਕਿ ਐਜ਼ ਏ ਕਮਿਊਨਿਟੀ ਤੁਹਾਡੀ ਇੱਕ ਕੋਹੈਸਿਵਨੈਸ ਤੇ ਇੱਕ ਕੰਬਾਈਨਡ ਜੁਆਇੰਟ ਆਪਣੇ ਸਰੋਕਾਰਾਂ ਦੇ ਬਾਰੇ ਗੱਲ ਚੁੱਕਣੀ ਹੈ, ਕੋਈ ਬਗਾਵਤ ਦਾ ਝੰਡਾ ਥੋੜਾ ਨਾ ਚੁੱਕਣਾ ਹੈ ਦੇਸ਼ ਦੇ ਖਿਲਾਫ। ਹੁਣ ਜੇ ਸਾਡੀ ਸਿੱਖ ਲੀਡਰਸ਼ਿਪ ਹੈ, ਚਾਹੇ ਅਕਾਲ ਤਖਤ ਸਾਹਿਬ ਨੇ, SGPC ਹੈ, ਜੋ ਆਪਣੇ ਧਰਮ ਦੀ, ਆਪਣੇ ਮਜ਼ਹਬ ਦੀ ਗੱਲ ਕਰਦੇ ਨੇ, ਤਾਂ ਉਹ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਨਾ, ਉਹ ਕੋਈ ਦੇਸ਼ ਦੇ ਖਿਲਾਫ ਬਗਾਵਤ ਥੋੜਾ ਨਾ ਕਰਨ ਉੱਠ ਜਾਂਦੇ ਨੇ। ਜੇ ਕਿਸੇ ਨਾਲ ਵਧੀਕੀ ਹੋਈ ਤਾਂ ਹੀ ਗੱਲ ਕਰੋ, ਮੈਂ ਤਾਂ ਉਸ ਲਿਮਿਟਿਡ ਕੰਟੈਕਸਟ ਦੀ ਗੱਲ ਕਰ ਰਿਹਾ। ਲੇਕਿਨ ਅਕਸਰ ਇਹ ਇੱਕ ਸੋਚ ਹੈ ਜੋ ਕਿ ਇਹ ਕਹਿੰਦੇ ਵੀ ਅੱਛਾ ਮੁਸਲਮਾਨ ਇਕੱਠੇ ਹੋ ਗਏ ਤਾਂ ਫਿਰ ਕੀ ਹੋਏਗਾ, ਮਤਲਬ ਇਹੀ ਤਾਂ ਦਿਸ ਇਜ਼ ਦ ਸਿੰਡਰੋਮ ਜਿਹੜੇ ਕਿ ਦੂਸਰੇ ਪਾਸੇ ਹਿੰਦੂ ਕੰਸੋਲੀਡੇਸ਼ਨ ਦਾ ਬੇਸ ਬਣਦਾ ਹੈ। ਵਟ ਯੂ ਸੇਡ, ਦਿਸ ਇਜ਼ ਦ ਰੀਜ਼ਨ ਵਾਈ ਦੂਸਰੇ ਪਾਸੇ ਰਿਐਕਸ਼ਨ ਆਉਂਦਾ ਹੈ। ਇਹ ਚੀਜ਼ਾਂ ਪਹਿਲਾਂ ਕਿਉਂ ਨਹੀਂ ਕਦੇ ਸੀਗੀਆਂ? ਇਹ ਚੀਜ਼ਾਂ ਪਹਿਲਾਂ ਕਦੇ ਨਹੀਂ ਸੀਗੀਆਂ, ਤੇ ਕਿਉਂਕਿ ਇਹ ਚੀਜ਼ ਦਾ ਅਹਿਸਾਸ ਕਿਸੇ ਨੂੰ ਹੋਣ ਨਹੀਂ ਦਿੱਤਾ ਗਿਆ, ਜਾਂ ਕਿਸੇ ਪਾਰਟੀ ਨੇ ਇਹ ਚੀਜ਼ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ। ਕਾਂਗਰਸ ਪਾਰਟੀ ਬੜੇ ਵਧੀਆ ਸੇਲ ਥਰੂ ਕਰਦੀ ਪਈ ਸੀ ਵਿਦ ਅ ਪੀਰੀਅਡ ਆਫ ਟਾਈਮ, ਉਹਨਾਂ ਨੂੰ ਕਦੀ ਮੈਜੋਰਿਟੀ ਪੋਲਿਟਿਕਸ ਦੀ ਇੰਨੀ ਲੋੜ ਪਈ ਨਹੀਂ, ਠੀਕ ਹੈ ਨਾ। ਲੇਕਿਨ ਓਵਰ ਅ ਪੀਰੀਅਡ ਆਫ ਟਾਈਮ ਕੋਈ ਪਾਰਟੀ ਆਈ ਜਿਸਨੇ ਇੱਕ ਸਪੇਸ ਦੇਖੀ ਕਿ ਯਾਰ ਮੈਜੋਰਿਟੀ ਜਿਹੜਾ ਧਰਮ ਹੈ ਉਹਦੀ ਪੋਲਿਟਿਕਸ ਦੀ ਇੱਕ ਬੜੀ ਵੱਡੀ ਸਪੇਸ ਹੈ, ਸੋ ਉਸਨੇ ਉਹਨੂੰ ਕੈਪਚਰ ਕਰ ਲਿਆ, ਵਿਚ ਇਜ਼ ਬੀਜੇਪੀ। ਸੋ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਫਾਕੇ ਪਏ ਹੋਏ ਨੇ, ਲਾਲੇ ਪਏ ਹੋਏ ਨੇ ਵੀ ਹੁਣ ਕਰੀਏ ਤਾਂ ਕੀ ਕਰੀਏ, ਕਾਂਗਰਸ ਨੂੰ ਸਮਝ ਨਹੀਂ ਆ ਰਿਹਾ ਕੀ ਕਰੀਏ ਨਾ। ਸੋ ਇਸ ਵਾਸਤੇ ਇਹ ਜਿਹੜਾ ਡਰ ਹੈ ਨਾ, ਇਹ ਡਰ ਬਹੁਤ ਵੱਡਾ ਬੇਸ ਬਣਦਾ ਹੈ ਇਸ ਤਰੀਕੇ ਦੀ ਡਿਵੈਸਿਵ ਪੋਲਿਟਿਕਸ ਦਾ, ਵਿਚ ਇਜ਼ ਧਰੁਵੀਕਰਨ ਦੀ ਰਾਜਨੀਤੀ, ਵੀ ਤੁਸੀਂ ਕੁਝ ਮੁਸਲਮਾਨ ਤਾਂ ਇੰਨਾ ਹੈਗਾ, ਤੇ ਉਹਨਾਂ ਨੇ ਕੀ ਕਰ ਲੈਣਾ, ਉਹ ਵੀ ਇਸ ਦੇਸ਼ ਦੇ ਬਸ਼ਿੰਦੇ ਨੇ, ਉਹ ਤਾਂ ਪਾਕਿਸਤਾਨ ਬਣ ਲਿਆ ਜਿਹੜਾ ਬਣਨਾ ਸੀਗਾ, ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ। ਬਟ ਆਪਣੇ ਹੱਕਾਂ ਲਈ ਕੰਸੋਲੀਡੇਸ਼ਨ ਜਿਹੜੀ ਹੈ ਕਿਸੇ ਵੀ, ਉਹ ਵੀ ਇਹਨਾਂ ਸਥਿਤੀਆਂ ਦੇ ਵਿੱਚ, ਮੈਂ ਅਗੇਨ ਆਈ ਰੀਟਰੇਟ ਮਾਈ ਪੁਆਇੰਟ ਕਿ ਇਹ ਚੀਜ਼ਾਂ ਦੀ ਤਾਂ ਲੋੜ ਮੈਨੂੰ ਕੁਝ ਸਾਲ ਪਹਿਲਾਂ ਤੱਕ ਤਾਂ ਕਦੇ ਆਪਾਂ ਇਸ ਬਾਰੇ ਕਦੇ ਕੋਈ ਚਰਚਾ ਨਹੀਂ ਕੀਤੀ, ਨਾ ਇਹ ਚੀਜ਼ ਮਹਿਸੂਸ ਕੀਤੀ ਗਈ, ਠੀਕ ਹੈ ਨਾ। ਕਿਸੇ ਨੂੰ ਵੀ ਲੋੜ ਪੈਣੀ ਚਾਹੀਦੀ। ਆਈ ਡੋਂਟ ਵਾਂਟ ਕਿ ਦਲਿਤ ਭਾਈਚਾਰੇ ਦਾ ਜਾਂ ਕੋਈ ਸਿੱਖ ਭਾਈਚਾਰੇ ਦਾ, ਕੋਈ ਮੁਸਲਿਮ ਭਾਈਚਾਰੇ ਦਾ, ਕੋਈ ਈਸਾਈ ਭਾਈਚਾਰੇ ਦਾ ਕਦੇ ਵੀ ਧਰਨੇ ਮੁਜ਼ਾਹਰੇ ਇਸ ਵਾਸਤੇ ਮਾਰਨੇ ਪੈਣ ਵੀ ਉਹਨਾਂ ਨੂੰ ਧਾਰਮਿਕ ਤੌਰ ਉੱਤੇ ਥੋੜੀ ਜਿਹੀ ਆਪਣੀ ਇਨਸਿਕਿਉਰਿਟੀ ਮਹਿਸੂਸ ਹੋ ਰਹੀ ਹੈ। ਇਹ ਤਾਂ ਕੋਈ ਸਟੇਟ ਦਾ ਆਧਾਰ ਹੀ ਨਹੀਂ, ਇਸ ਮੁਲਕ 'ਚ ਤਾਂ ਨਹੀਂ ਹੈ। ਕਮ ਟੂ ਘੱਟ ਦੈਟਸ ਵਾਟ ਆਈ ਅੰਡਰਸਟੈਂਡ ਇੰਡੀਆ ਐਜ਼। ਹਾਂ, ਇੰਡੀਆ ਦੀ ਪਰਿਭਾਸ਼ਾ ਬਦਲ ਗਈ ਹੋਵੇ ਪਿਛਲੇ 8-10 ਸਾਲਾਂ 'ਚ, ਮੈਨੂੰ ਨਹੀਂ ਪਤਾ। ਆਈ ਮੇ ਬੀ ਟੂ ਮਤਲਬ ਡਿਸਕਨੈਕਟਡ ਫਰੋਮ ਦੈਟ ਸਫੀਅਰ, ਬਟ ਐਜ਼ ਅ ਸਟੇਟ, ਐਜ਼ ਦਿਸ ਕੰਟਰੀ, ਵੀ ਕੈਨ ਨਾਟ ਅਲਾਉ ਦਿਸ ਥਿੰਗ ਟੂ ਹੈਪਨ। ਇਹ ਤਾਂ ਇੱਕ ਨਿਊਟਰਲ, ਇੱਕ ਸੈਕੂਲਰ ਮੁਲਕ ਹੈ, ਤੇ ਉਹਦੇ ਵਿੱਚ ਸੈਕੂਲਰ ਵੈਲਿਊਜ਼ ਦੀ ਹੀ ਅਹਿਮੀਅਤ ਹੈ। ਲੇਕਿਨ ਉਹ ਇਹ ਵੀ ਹੁਣ ਜਦੋਂ ਗਿਣਤੀਆਂ ਮਿਣਤੀਆਂ ਦੇ ਵਿੱਚ ਪੈ ਜਾਂਦੇ ਆ ਤਾਂ ਫਿਰ ਦੇਖਣਾ ਤਾਂ ਪੈਂਦਾ ਹੀ ਨਾ, ਆਪਣਾ ਇੰਟਰਸਟ ਤਾਂ ਬਹੁਤ ਕਰਨਾ ਹੀ ਪਏਗਾ, ਠੀਕ ਹੈ ਨਾ। ਉਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਨੂੰ ਕੋਈ ਫੂਡ ਫॉर ਥਾਟ ਦੇ ਰਹੇ ਹਾਂ। ਅਸੀਂ ਤਾਂ ਸਭ ਲਈ ਸੋਚ ਰਹੇ ਵੀ ਸੋਚਣ ਦੀ ਲੋੜ ਹੁਣ ਇਸ ਵਾਸਤੇ ਪੈ ਰਹੀ ਹੈ ਕਿਉਂਕਿ ਕੋਈ ਵਧੀਕੀ ਹੋ ਰਹੀ ਹੈ, ਕਿਸੇ ਨਾਲ ਕੋਈ ਧੱਕਾ ਹੋ ਰਿਹਾ, ਉਹ ਸਿਆਸੀ ਲੀਡਰਾਂ ਦਾ ਮੂੰਹ ਦੇਖ ਰਿਹਾ ਜਿਨ੍ਹਾਂ ਦੇ ਆਪਣੇ ਪੱਲੇ ਕੁਝ ਨਹੀਂ ਹੈਗਾ, ਠੀਕ ਹੈ ਨਾ। ਕਾਂਗਰਸੀ ਲੀਡਰ ਹੈਗੇ ਨੇ ਜਿਨ੍ਹਾਂ ਕੋਲ ਆਪਣੇ ਕੋਲ ਕੋਈ ਸਟ੍ਰੈਟਜੀ ਨਹੀਂ, ਕੋਈ ਰਣਨੀਤੀ ਨਹੀਂ। ਮੈਂ ਤਾਂ ਇਹੀ ਕਹਾਂਗਾ, ਕੱਲਾ ਤੁਸੀਂ ਇਸ ਉਮੀਦ 'ਚ ਬੈਠੇ ਹੋ ਵੀ ਡਿਫਾਲਟ 'ਚ ਲੋਕ ਕਿਸੇ ਨਾ ਕਿਸੇ ਦਿਨ ਇੰਨੇ ਕਿ ਦੁਖੀ ਤੇ ਤਰਸਤ ਹੋ ਜਾਣਗੇ ਬੀਜੇਪੀ ਤੋਂ ਵੀ ਸਾਡਾ ਨੰਬਰ ਆ ਜਾਏਗਾ। ਸੋ ਇਹ ਕੋਈ ਸਟ੍ਰੈਟਜੀ ਨਹੀਂ ਹੁੰਦੀ ਹੈ ਨਾ। ਹਾਂ, ਬਿਲਕੁਲ। ਦਿਸ ਇਜ਼ ਨੋ ਸਟ੍ਰੈਟਜੀ, ਦਿਸ ਇਜ਼ ਲੈਕ ਆਫ ਸਟ੍ਰੈਟਜੀ, ਇਜ਼ ਨੋ ਸਟ੍ਰੈਟਜੀ। ਸੋ ਖੈਰ ਗੱਲਾਂ ਬਾਤਾਂ ਬਹੁਤ ਨੇ,
मेरा चौथा और आखिरी सवाल चौथी बार कह रहा हूँ कि क्या हमारे जो सोसाइटी में जो भी हम बात कर रहे हैं कि भाई अमन कायम होना चाहिए, सेकुलरिज्म बरकरार रहें, सब कुछ जो है सारे लोग मिल बैठ रहें, इकट्ठे रहें, लेकिन क्या हमारे वोकेबुलरी से इंसाफ या न्याय ये गायब हो गया है? हम हमेशा न्याय या इंसाफ की बात नहीं करते हैं। हम बोलते हैं ये मत करो, वो मत करो, चीज़ों को अच्छा रखो, अमन कायम रखो, लेकिन न्याय करो। ਅਮਨ ਕਾਇਮ ਰੱਖਣ ਨੂੰ ਕੌਣ ਕਹਿ ਰਿਹਾ ਦੱਸੋ ਮਨੀ ਜੀ? ਨੋਬਡੀ ਸੇਜ਼। ਤੁਸੀਂ ਦੇਖੋ ਪਿੱਛੇ ਖਬਰ ਆਈ, ਆਪਾਂ ਸ਼ਾਇਦ ਚਰਚਾ ਵੀ ਕਰਾਂਗੇ ਵੀ ਭਗਵੰਤ ਮਾਨ ਨੇ, ਆਪਣੇ ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਨੇ, ਇਹਨਾਂ ਨੇ ਆਪਣੇ ਕਰਿਕੂਲਮ ਦੇ ਵਿੱਚ ਤੇ ਆਪਣੇ ਸਕੂਲਾਂ ਦੇ ਵਿੱਚ ਕਿਹਾ ਕਿ ਭਾਈਚਾਰਕ ਸਾਂਝ ਦਾ ਇੱਕ ਪਾਠ ਪੜਾਇਆ ਜਾਵੇ, ਵਿਚ ਇਜ਼ ਹੁਣ ਇਹ ਲੱਗਦਾ ਯਾਰ ਇਹਦੀ ਕੀ ਲੋੜ ਹੈਗੀ, ਇਹ ਇੱਕ ਸ਼ੋਸ਼ੇਬਾਜ਼ੀ ਹੈ, ਬਟ ਇਹ ਬੜਾ ਜ਼ਰੂਰੀ ਪਾਠ ਹੈ ਭਾਈਚਾਰਕ ਸਾਂਝ ਦਾ ਪਾਠ, ਇਹ ਨਾ ਯੂਨਿਟੀ। ਕਿਸ ਟਾਈਮ ਤੇ ਨਾਰੇ ਲਗਾ ਕਰਦੇ ਸੀ सभी एक हैं, यूनिटी इज यू नो यूनिटी इन डाइवर्सिटी, हाँ, सब कुछ मतलब एकता में भारत बल माँ है। के 4 सिपाही, हिंदू मुस्लिम सिख ईसाई, हाँ, वो सारी चीज़ां खत्म हो चुकियां ने, साडे डिस्कोर्स चो खत्म, साडे कदे किसी लीडर ने अपील की है, तुसीं मैनूं नैशनल लीडर दस दो इंक्लूडिंग देश के साडे जिहड़े टॉप मोस्ट मंत्री लीडर हैगे ने, उन्होंने कदे कीता होवे यार मुस्लिम हिंदू ते सिख सारे भरा बन के रहो? कभी सुनिया किसी लीडर के मुंह तो? मैनूं दस दो, जे मैं गलत होवां, मैं ना टीवी घट देखदा टीवी, लेकिन मैं तो नहीं पिछले कई सालों च नहीं सुनिया, खास करके मैं उस लीडर तो नहीं सुनिया, उस लीडरशिप तो नहीं सुनिया जिहदे हत्थ दे विच देश दी कमान है। कदी ये गल नहीं आती कि हिंदू मुस्लिम सिख ईसाई सारे भाई भाई इकट्ठे बन के रहो, देश नूं मजबूत करो। ये गल कही क्यों नहीं जा रही? इट इज़ एक्सपैक्टेड कि दिस इज एज्यूम्ड। तुसीं कदे पुछो किसी बीजेपी लीडर नूं लो, वो क्योंकि ये तो है ही है, ਤੁਸੀਂ ਯੂ ਹੈਵ ਟੇਕਨ ਯੂਨਿਟੀ ਫॉर ਗ੍ਰਾਂਟਡ, ਤੁਸੀਂ ਕਹਿੰਦੇ ਤਾਂ ਹੈ ਹੀ ਹੈ। ਦਰਅਸਲ ਦੇ ਵਿੱਚ ਤੁਸੀਂ ਆਪਣੇ ਮੂੰਹ ਚੋਂ ਕੁਝ ਗੱਲ ਕਹਿਣਾ ਨਹੀਂ ਚਾਹ ਰਹੇ ਹੋ, ਤੁਸੀਂ ਉਹ ਮੈਸੇਜ ਦੇਣਾ ਨਹੀਂ ਚਾਹ ਰਹੇ ਹੋ, ਤੁਹਾਡੇ ਲਈ ਉਹ ਮੈਸੇਜ ਠੀਕ ਨਹੀਂ ਹੈ। ਤੁਹਾਡੀ ਆਡੀਅנס ਲਈ ਜਿਹੜੀ ਰਾਜਨੀਤੀ ਤੁਸੀਂ ਕਰਦੇ ਹੋਏ ਨਾ, ਉਹ ਰਾਜਨੀਤੀ 'ਚ ਬੜੀ ਮਾਰੂ ਰਾਜਨੀਤੀ ਹੈ। ਲਾਲ ਕ੍ਰਿਸ਼ਨ ਅਡਵਾਨੀ ਸਾਹਿਬ ਜਿਨ੍ਹਾਂ ਦੀ ਮਜ਼ਾਰ ਤੇ ਜਾ ਕੇ ਆਏ ਸੀ ਨਾ, ਉਹਨਾਂ ਦਾ ਪੂਰਾ ਪੋਲੀਟੀਕਲ ਕਰੀਅਰ ਖਤਮ ਹੋ ਗਿਆ। ਜਿਨ੍ਹਾਂ ਦਾ ਬਹੁਤ ਬੜਾ ਦੇਸ਼ ਭਗਤ, ਗੱਲ ਕੁਝ ਵੀ ਨਹੀਂ ਸੀ, ਗੱਲ ਦੇਖਣ ਨੂੰ ਕੁਝ ਵੀ ਨਹੀਂ ਸੀ, ਲੇਕਿਨ ਸਮਝਣ ਵਾਲਿਆਂ ਲਈ ਬਹੁਤ ਸੀ। ਐਂਡ ਉਹਦੀ ਪੋਲੀਟੀਕਲ ਇਹ ਗਲਤੀ ਹੁਣ ਅੱਜ ਦੇ ਹੁਕਮਰਾਨ ਜਾਂ ਅੱਜ ਦੀਆਂ ਲੀਡਰਾਂ, ਸਾਡੇ ਲੀਡਰ ਹੈਗੇ ਨੇ, ਉਹ ਕਰਨਗੇ ਨਹੀਂ। ਉਹਨਾਂ ਨੂੰ ਪਤਾ ਹੈ, ਦੇ ਨੋ ਕਿ ਆਹ ਜੇ ਗਲਤੀ ਹੋ ਗਈ ਸਾਡੇ ਤੋਂ, ਸੋ ਏਕੇ ਦਾ ਪਾਠ ਕੋਈ ਨਹੀਂ ਪੜਾਏਗਾ ਅੱਜ ਕਿ ਠੀਕ ਹੈ ਹੁਣ ਆਮ ਆਦਮੀ ਪਾਰਟੀ ਨੂੰ ਸੂਟ ਕਰਦਾ ਹੈ, ਵਿਚ ਇਜ਼ ਦ ਨੀਡ ਆਫ ਦੀ ਆਵਰ। ਅੱਜ ਸਾਨੂੰ ਬੱਚਿਆਂ ਦੇ ਵਿੱਚ, ਈਵਨ ਬੱਚਿਆਂ ਦੇ ਕੀ ਆ, ਜਿਹੜੇ ਵੱਡੇ ਜਿਹੜੇ ਨੇ ਟੀਚਰ, ਜਿਹੜੇ ਅਧਿਆਪਕ, ਇਹਨਾਂ ਨੂੰ ਉਮਰ ਦਰਾਜ਼ ਲੋਕਾਂ ਨੂੰ ਵੀ ਇਹ ਪਾਠ ਨੂੰ ਦੁਬਾਰਾ ਪੜ੍ਹਾਉਣ ਦੀ ਲੋੜ ਪੈ ਗਈ ਹੈ ਇਸ ਮੁਲਕ 'ਚ, ਇਸ ਸੋਸਾਇਟੀ ਦੇ ਵਿੱਚ ਵੀ। ਯਾਰ ਏਕਤਾ ਰੱਖੋ, ਸਾਰੇ ਧਰਮਾਂ ਦਾ ਸਤਿਕਾਰ ਕਰੋ, ਹਰ ਵਿਅਕਤੀ ਦੇ ਮਨੁੱਖੀ ਜਿਹੜੇ ਅਖਤਿਆਰ ਹੈਗੇ ਨੇ, ਹੋਰ ਅਖਤਿਆਰ, ਉਹਨਾਂ ਨੂੰ ਇੱਜ਼ਤ ਦਿਓ ਤੇ ਇਨਸਾਨੀਅਤ ਦੀ ਗੱਲ ਵੀ ਕਰੋ। ਨਿਆਂ ਤੇ ਜਸਟਿਸ, ਤੁਸੀਂ ਬਿਲਕੁਲ ਠੀਕ ਹੈ, ਨਿਆਂ ਤੇ ਇਨਸਾਫ ਦੀ ਗੱਲ ਤਾਂ ਕਰੋ ਹੀ ਕਰੋ, ਇਨਸਾਨੀਅਤ ਦੀ ਗੱਲ ਵੀ ਕਰੋ। ਜੇ ਇਨਸਾਨੀਅਤ ਅੱਗੇ ਆ ਜਾਏਗੀ ਫਿਰ ਤੁਹਾਡਾ ਮਜ਼ਹਬ ਆਟੋਮੈਟਿਕਲੀ ਪਿੱਛੇ ਚਲਾ ਜਾਂਦਾ, ਫਿਰ ਹਿੰਦੂ ਮੁਸਲਿਮ ਸਿੱਖ ਦੇ ਵਿੱਚ ਕੋਈ ਵਿਤਕਰਾ ਫਰਕ ਰਹਿੰਦਾ नहीं है। आपका बहुत शुक्रिया रितेश जी आज इस चर्चा में जुड़ने के लिए। आपके घर में भी अगर कोई बच्चा है, प्लीज़ ध्यान दीजिएगा वो क्या कंटेंट देख रहा है, स्कूल में क्या बातें हो रही है, किसके साथ वो किस किस्म की बातें कर रहा है, इस पे ध्यान देना बहुत ज़रूरी है अगर आप चाहते हैं कि आपके बच्चे भी बड़े होकर दंगई ना बने। आज की चर्चा में जुड़ने के लिए आप सबका भी बहुत बहुत शुक्रिया।